मेरे हत्थी छाले पे मजदूरी नाल तां भी छन्ना भरिया नहीं ओ चूरी नाल खुशियां नाल नहीं छड्डी अपनी जम्मण भौं तेरे शहर आया वा मजबूरी नाल। किसान जिन्हों कहा गया होवे कि तेरे खेतां 'ਚ ਤਾਂ सोना उगदा वाकई उगदा पर ਉਹਦੇ पल्ले सिर्फ धक्के धौले ते धੱਫੇ ही आउंदे आ। सारे ਉਂਗਲਾਂ ਇੱਕ ਬਰਾਬਰ नहीं ਹੁੰਦੀਆਂ, कोई 100 'ਚ ਇੱਕ हो सकता है ਜਿਹੜਾ ਦਰਦ ਦੇ ਨਾਲ ਖੜਦਾ है। बाकी ये है कि ਸਾਰਿਆਂ ਨੇ ਹੀ ਜਿਹੜਾ है ਉਹ ਮੁੜ ਕੇ ਨਾ ਮਜ਼ਦੂਰ ਦੀ ਸਾਰ ਲਈ ਨਾ ਕਿਸਾਨ ਦੀ ਸਾਰ ਲਈ। ਜਿਹੜਾ ਬਾਹਰ ਬੈਠਾ ਜਿਹੜਾ ਵਪਾਰੀ ਹੈ ਜਿਹਦੀ ਗੋਦ ਦੇ ਵਿੱਚ ਬਹਿ ਕੇ ਸਰਕਾਰਾਂ ਚੱਲਦੀਆਂ ਨੇ ਤੇ ਉਹ ਸ਼ਾਇਦ ਜਦੋਂ ਇਹਨਾਂ ਨੂੰ 2 ਦੂਣੀ 4 ਦੂਣੀ 8 ਦੂਣੀ 16 ਨਾਲ ਮੁਨਾਫਾ ਕਰਕੇ ਬਿਨਾਂ ਕੁਝ ਬੀਜੇ ਬਿਨਾਂ ਕੁਝ ਬੋਏ ਸਾਰਾ ਕੁਝ ਲੈ ਜਾਂਦੀਆਂ ਨੇ। ਇਹ ਨਿਰਾਸ਼ਾ ਦੇ ਆਲਮ ਚੋਂ ਹੀ ਬਾਅਦ ਫਿਰ ਬੰਦਾ ਪ੍ਰਵਾਸ ਕਰਨ ਬਾਰੇ ਸੋਚਦਾ। ਜਿਹਦੇ ਕੋਲ 2 ਏਕੜ ਜ਼ਮੀਨ ਹੈ ਉਹ ਗਹਿਣੇ ਬੈ ਕਰਕੇ ਜਵਾਕ ਨੂੰ ਬਾਹਰ ਭੇਜਣ ਦਾ ਰਿਸਕ ਤਾਂ ਲੈ ਲੂਗਾ, ਪਰ ਉਹ 2 ਏਕੜ ਚੋਂ ਕਮਾਈ ਨਹੀਂ ਨਾ ਕਰ ਸਕਦਾ। ਜਦੋਂ ਗਰੀਬੀ ਹਟਾਓ ਦਾ ਨਾਰਾ ਦਿੱਤਾ ਗਿਆ ਹੋਵੇ ਤੇ ਗਰੀਬੀ ਨਾ ਹਟੀ ਹੋਵੇ, ਜਦੋਂ ਕਿਸਾਨ ਦੀ ਆਮਦਨੀ ਦੁੱਗਣੀ ਕਰਨ ਦੀ ਗੱਲ ਕਹੀ ਹੋਵੇ ਤੇ ਕਿਸਾਨ ਦੀ ਆਮਦਨ ਦੁੱਗਣੀ ਨਾ ਹੋਵੇ, ਗਲ 'ਚ ਰੱਸੇ ਪੈ ਜਾਣ, ਜਦੋਂ ਨੌਜਵਾਨ ਨੂੰ ਨੌਕਰੀ ਦਾ ਵਾਅਦਾ ਕੀਤਾ ਹੋਵੇ ਤੇ ਉਹ ਲੱਗੇ ਹੋਏ ਵੀ ਬੇਰੁਜ਼ਗਾਰ ਹੋ ਜਾਣ। ਇਹ ਪ੍ਰੋਬਲਮ ਸੋਸ਼ਲ ਹੈ। ਇਹਦੇ 'ਚ ਮੈਂ ਪੋਲੀਟੀਕਲੀ ਵੀ ਅਸੀਂ ਕਿਤੇ ਨਾ ਕਿਤੇ ਜ਼ਿੰਮੇਦਾਰ ਹੋਵਾਂਗੇ ਕਿ ਅਸੀਂ ਨੌਕਰੀਆਂ ਨਹੀਂ ਪੈਦਾ ਕਰ ਸਕੇ। गूगल का सीईओ कौन है? सुंदर पिचाई है। अडोब का सीईओ कौन है? वो भी एक हिंदुस्तानी ने। स्टारबक्स का सीईओ कौन है? वो भी एक हिंदुस्तानी ने। होर ਜਿਹੜੇ मतलब ਵਧੀਆ ਤੋਂ ਵਧੀਆ ਸਟਾਰਟਅਪਸ ਹੈ, ਵਧੀਆ ਤੋਂ ਵਧੀਆ ਬਿਜ਼ਨਸ ਹੈ, ਇੰਡਸਟਰੀਜ਼ ਹੈ, ਉਹਦੇ ਸੀਈਓਜ਼, ਉਹਦੇ ਐਮਡੀਜ਼, ਉਹਦੇ ਮਾਲਕ ਹਿੰਦੁਸਤਾਨੀ ਨੇ ਤੇ ਉਹਦੇ ਬਾਵਜੂਦ ਉਹ ਹਿੰਦੁਸਤਾਨ 'ਚ ਨਹੀਂ ਰਹਿੰਦੇ। ਇਹ ਜਿਹੜੀ ਸਾਰੀ ਗੱਲ ਆ ਇਹਦੇ ਵਿੱਚ ਕਿਤੇ ਨਾ ਕਿਤੇ ਅਸੀਂ ਪੰਜਾਬੀ ਅਸੀਂ ਇੱਥੋਂ ਬਾਹਰ ਨਿਕਲ ਰਹੇ ਤੇ ਸਾਡੀ ਜਿਹੜੀ ਰਿਪਲੇਸਮੈਂਟ ਆ ਪ੍ਰਵਾਸੀਆਂ ਦੁਆਰਾ ਪ੍ਰਵਾਸੀ ਭਾਰਤੀਆਂ ਦੁਆਰਾ ਹੋ ਰਹੀ ਆ। ਦੇਖੋ ਕੀ ਝਲਕਦਾ ਹੈ ਕਿ ਹਿੰਦੁਸਤਾਨ ਨੂੰ ਖਾਮਿਆਜ਼ਾ ਭੁਗਤਣਾ ਪੈ ਰਿਹਾ, ਨਾਲੇ ਤਾਂ ਸਾਡਾ ਯੂਥ ਬਾਹਰ ਗਿਆ, ਨਾਲੇ ਸਾਡਾ ਟੈਲੈਂਟ ਬਾਹਰ ਗਿਆ। ਦਿੱਲੀ 'ਚ ਮੁੜ ਬੀਜੇਪੀ ਤੇ ਆਮ ਆਦਮੀ ਪਾਰਟੀ ਨੂੰ ਚੁਣ ਰਹੇ ਆ। ਤੁਸੀਂ ਹੁਣ ਸਾਰੀ ਸੂਈ ਜਿਹੜੀ ਆ ਉਹ ਇਹਨਾਂ ਪਾਰਟੀਆਂ ਦੇ ਧਰ ਲਈ ਕਾਂਗਰਸ ਦੀ ਕਿਤੇ ਕੋਈ ਜ਼ਿੰਮੇਵਾਰੀ ਨਹੀਂ ਰਹੀ ਹੋਊਗੀ। ਜਿਹੜਾ ਅੱਜ ਰੁਪਏ ਦੀ ਵੈਲਿਊ ਆ ਕੰਪੇਅਰ ਟੂ ਡਾਲਰ, ਜਿਹੜੇ ਡਾਲਰ ਦਾ ਵੈਲਿਊ ਵੱਧ ਜਾਂਦੀ ਹੈ ਤੇ ਬੀਜੇਪੀ ਦੀ ਸਰਕਾਰ ਕੀ ਕਹਿੰਦੀ ਹੈ ਕਿ ਰੁਪਿਆ ਨਹੀਂ ਕਮਜ਼ੋਰ ਹੋਇਆ, ਡਾਲਰ ਜ਼ਿਆਦਾ ਤਗੜਾ ਹੋ ਗਿਆ। ਇਹ ਕੋਈ ਅੱਜ ਲੋਕ ਨਹੀਂ ਜਾਣ ਲੱਗੇਗੇ, ਲੋਕ ਉਦੋਂ ਵੀ ਜਾ ਰਹੇ ਸੀ ਜਦੋਂ ਕਾਂਗਰਸ ਦੀਆਂ ਸਰਕਾਰਾਂ ਸਨ, ਉੱਪਰ ਵੀ ਤੇ ਥੱਲੇ ਵੀ। ਪਰ ਤੁਹਾਡੇ ਕੋਲ ਗੰਨਾਂ ਹੋਣ, ਬੰਦੂਕਾਂ ਹੋਣ, ਵੱਡੀਆਂ ਗੱਡੀਆਂ ਹੋਣ, ਤੁਹਾਡੇ ਉਦਾਂ ਦੇ ਸਾਡੇ ਗੀਤ ਨੇ, ਉਦਾਂ ਦੀਆਂ ਸਾਡੀਆਂ ਵੀਡੀਓ ਹੈ, ਨਾ ਕਿਸੇ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਨਾ ਸਾਡੇ ਗੀਤਕਾਰਾਂ ਨੂੰ ਮੱਤ ਦੇਣ ਦੀ ਕੋਸ਼ਿਸ਼ ਕੀਤੀ ਵੀ ਤੁਸੀਂ ਲੋਕਾਂ ਦੇ ਖੇਤਾਂ ਦੇ ਗੀਤ ਵੀ ਕਦੇ ਗਾ ਲਓ। ਕਿ ਬੀਜੇਪੀ ਨਾ ਇੱਕ ਤਾਂ ਇੱਥੇ ਸਵਾਲਾਂ ਦੇ ਜਵਾਬ ਦੇ ਕੇ ਰਾਜ਼ੀ ਨਹੀਂ, ਸਵਾਲ ਹੀ ਸੁਣ ਕੇ ਰਾਜ਼ੀ ਨਹੀਂ, ਤੇ ਦੂਜੀ ਗੱਲ ਇਹ ਕਿ ਕੁਆਲਿਟੀ ਨਹੀਂ ਹੈਗੀ। ਮੁਸਲਿਮਸ ਇਹਨਾਂ ਦੇ ਕੈਬਨਿਟ ਦੇ ਵਿੱਚ ਨੈਗਲੀਜੀਬਲ ਹੈ। ਨਾ ਬੋਲੋ ਜੀ, ਮੈਨੂੰ ਥੋੜੇ ਟਾਈਮ 'ਚ ਬੋਲਣਾ ਪਊਗਾ ਲਗਾਤਾਰ। ਨੈਗਲੀਜੀਬਲ ਰਿਪਰੈਜ਼ੈਂਟੇਸ਼ਨ ਹੈ ਤੁਹਾਡੇ ਕੈਬਨਿਟ ਦੇ ਵਿੱਚ ਮੁਸਲਿਮਸ ਲਈ। ਟਿਕਟਾਂ ਬਹੁਤ ਥੋੜੀਆਂ ਦਿੰਦੇ ਹੋ ਮੁਸਲਿਮਸ ਨੂੰ। ਮੋਦੀ ਸਾਹਿਬ ਦੇ ਕੈਬਨਿਟ ਕਿੰਨੇ ਮੁਸਲਿਮ ਮਿਨਿਸਟਰਸ ਹੈ? 84 ਦੇ ਵਿੱਚ ਤੇ ਐਮਰਜੈਂਸੀ 1984 ਵਿੱਚ ਨਸਲ ਕੁਸ਼ੀ 2003 ਚੱਲ ਰਹੀ ਸੀ। ਐਂਡ ਮੈਂ ਜਵਾਬ ਦੇ ਦੂੰ ਫਿਰ ਮੈਂ ਇੱਕ ਵਾਰ ਇੰਟਰਪਟ ਕਰੂੰਗਾ। ਯੂ ਸਟਿਲ ਇਨ ਦ ਕਾਂਗਰਸ। ਸੇਮ ਔਨ ਭਾਰਤੀ ਜਨਤਾ ਪਾਰਟੀ, ਸੇਮ ਔਨ ਬੀਜੇਪੀ ਜੋ ਮੁਸਲਿਮ ਰਿਪਰੈਜ਼ੈਂਟੇਸ਼ਨ ਮੈਂ ਪੁੱਛ ਲਓ ਵੀ ਕਿੰਨੇ ਮਿਨਿਸਟਰਸ ਹੈ ਮੁਸਲਿਮ ਇਹਨਾਂ ਦੇ ਕੈਬਨਿਟ ਦੇ ਵਿੱਚ? ਤੁਸੀਂ ਆਪ ਵੀ ਫਿਕਰ ਕਰੋ, ਰਾਹੁਲ ਗਾਂਧੀ ਪੀਐਮ ਨਹੀਂ ਬਣ ਲਗਾ, ਜੋ ਮਰਜ਼ੀ ਕਰ ਲਓ, ਪੁੱਟੇ ਲੰਬੇ ਬਥੇਰੇ ਹੈ। ਮੇਰੇ ਹੱਥੀ ਛਾਲੇ ਪਏ ਮਜ਼ਦੂਰੀ ਨਾਲ ਤਾਂ ਵੀ ਛੰਨਾ ਭਰਿਆ ਨਹੀਂ ਉਹ ਚੂਰੀ ਨਾਲ ਖੁਸ਼ੀਆਂ ਨਾਲ ਨਹੀਂ ਛੱਡੀ ਆਪਣੀ ਜੰਮਣ ਭੌਂ ਤੇਰੇ ਸ਼ਹਿਰ ਆਇਆ ਵਾ ਮਜਬੂਰੀ ਨਾਲ। ਦੀ ਸਪੋਕਸਮੈਨ ਡਿਬੇਟ 'ਚ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਗੱਲ ਪ੍ਰਵਾਸ ਦੀ ਕਰਾਂਗੇ, ਹਿਜਰਤ ਦੀ ਕਰਾਂਗੇ। ਇੱਥੋਂ ਜਿੱਥੇ ਸਾਡੀ ਦਿਮਾਗ ਦੀ ਕੂੰਜੀ ਜਾ ਰਹੀ ਹੈ, ਅਕਲ ਦੀ ਕੂੰਜੀ ਜਾ ਰਹੀ ਹੈ, ਉੱਥੇ ਮਾਪਿਆਂ ਦੀ ਚੌਖੀ ਹੁਣ ਪੂੰਜੀ ਵੀ ਜਾ ਰਹੀ ਹੈ। ਕਿਉਂਕਿ ਪਹਿਲਾਂ ਤਾਂ ਅਸੀਂ ਗੱਲ ਕਰਦੇ ਸੀ ਬ੍ਰੇਨ ਡਰੇਨ ਦੀ, ਹੁਣ ਗੱਲ ਇਹ ਹੈ ਕਿ ਪਹਿਲਾਂ ਜਦੋਂ ਸਾਡੇ ਆਪਣੇ ਇੱਥੋਂ ਦੇ ਧੀਆਂ ਪੁੱਤ ਕੁਝ ਸਾਲ ਉੱਥੇ ਮਿਹਨਤ ਮੁਸ਼ੱਕਤ ਕਰਨ ਤੋਂ ਬਾਅਦ ਚੰਗਾ ਜੀਵਨ ਇੱਥੇ ਬਤੀਤ ਕਰਨ ਦਾ ਸੋਚਦੇ ਸੀ, ਹੁਣ ਰੁਝਾਨ ਉਲਟ ਹੋ ਰਿਹਾ ਹੈ ਕਿ ਇੱਥੋਂ ਉਹ ਸਭ ਕੁਝ ਆਪਣਾ ਵੇਚ ਵੱਟ ਕੇ ਬਾਹਰ ਜਾਣਾ, ਉੱਥੇ ਰਹਿਣਾ ਮੁਨਾਸਿਬ ਸੋਚਣ ਲੱਗ ਪਏ ਆ। ਤੇ ਇਸ ਤਰੀਕੇ ਨਾਲ ਹੁਣ ਸਾਡੀ ਇੱਥੋਂ ਪੂੰਜੀ ਵੀ ਜਿਹੜੀ ਹੈ ਉਹ ਡਾਲਰਾਂ ਦੇ ਵਿੱਚ, ਪਾਉਂਡ ਦੇ ਵਿੱਚ ਜਾਂ ਦਿਨਾਰ ਜਾ ਕੇ ਹੋਰ ਕਰੰਸੀ ਦੇ ਵਿੱਚ ਕਨਵਰਟ ਹੋ ਕੇ ਜਿਹੜੀ ਹੈ ਉਹ ਵੀ ਇੱਥੋਂ ਬਾਹਰ ਜਾਂਦੀ ਜਾ ਰਹੀ ਹੈ। ਕਾਫੀ ਚਿੰਤਾ ਦਾ ਵਿਸ਼ਾ ਹੈ।
ਔਰ ਮੁਲਕ ਦੇ ਪ੍ਰਮੁੱਖ ਅਖਬਾਰ ਦੀ ਆਰਟੀ ਤੋਂ ਬਾਅਦ ਹੋਏ ਖੁਲਾਸੇ ਤੋਂ ਬਾਅਦ ਪਤਾ ਲੱਗਿਆ ਕਿ 70,000 ਦੇ ਕਰੀਬ ਪਾਸਪੋਰਟ ਸਰੈਂਡਰ ਕੀਤੇ ਗਏ ਲੋਕਾਂ ਦੇ ਵੱਲੋਂ, ਜਿਹਦੇ ਦੇ ਸਭ ਤੋਂ ਵੱਧ ਗੋਆ ਦੇ 40% ਤੋਂ ਵੱਧ ਲੋਕਾਂ ਨੇ ਆਪਣੇ ਪਾਸਪੋਰਟ ਜਿਹੜੇ ਹੈ ਉਹ ਛੱਡ ਦਿੱਤੇ ਆ, ਭਾਰਤ ਦੇ ਜਮ੍ਹਾਂ ਕਰਵਾ ਦਿੱਤੇ ਆ। ਦੂਜੇ ਨੰਬਰ ਤੇ ਨਾਮ ਪੰਜਾਬ ਦਾ ਆਂਦਾ, ਤੀਜੇ ਤੇ ਗੁਜਰਾਤ ਦਾ, ਤੇ ਹੋਰ ਵੀ ਕਈ ਸੂਬੇ ਆ। ਇਸ ਤੋਂ ਬਾਅਦ ਗੱਲ ਇਹ ਹੈ ਕਿ ਜਿਹੜਾ MEA ਨੇ, ਜਿਹੜਾ ਕਿ ਫੋਰਨ ਮਿਨਿਸਟਰੀ ਦੇ ਵੱਲੋਂ ਸੈਸ਼ਨ ਦੇ ਵਿੱਚ ਲੋਕ ਸਭਾ ਦੇ ਵਿੱਚ ਜੋ ਜਿਹੜਾ ਬਿਊਰਾ ਦਿੱਤਾ ਗਿਆ ਸੀ, ਅੰਕੜਾ ਦਿੱਤਾ ਗਿਆ ਸੀ, 16,21,000 ਤੋਂ ਵਧੇਰੇ ਲੋਕ ਜਿਹੜੇ ਆ ਉਹ ਭਾਰਤ ਦੀ ਨਾਗਰਿਕਤਾ ਛੱਡ ਗਏ ਆ। ਹੁਣ ਸਵਾਲ ਇਹ ਹੈ ਕਿ ਨਾਗਰਿਕਤਾ ਛੱਡਣ ਦੇ ਕਾਰਨ ਕੀ ਹੈ, ਕਿਉਂ ਨਾਗਰਿਕਤਾ ਛੱਡੀ ਜਾ ਰਹੀ ਹੈ? ਬਿਹਤਰ ਜੀਵਨ ਦੇ ਲਈ ਇੱਥੋਂ ਕੋਈ ਅਕੇਵਾਂ ਹੋਇਆ, ਜਾਂ ਕੋਈ ਥਕੇਵਾਂ ਹੋਇਆ, ਜਾਂ ਕੋਈ ਮਾਯੂਸੀ ਹੋਈ ਹੈ? ਸੋ ਇਹ तमाम ਜਿਹੜੇ ਕਾਰਨ ਹੈ ਇਹ ਲੱਭਣ ਦੀ ਕੋਸ਼ਿਸ਼ ਕਰਾਂਗੇ। ਲੋਕ ਕੀ ਬਿਹਤਰ ਜੀਵਨ ਜਾਂਚ ਦੀ ਭਾਲ ਦੇ ਵਿੱਚ, ਜਾਂ ਪੈਸਿਆਂ ਦੀ ਭਾਲ ਦੇ ਵਿੱਚ, ਜਾਂ ਹੋਰ ਕਾਰਨਾਂ ਕਰਕੇ ਜਿਹੜੀ ਹੈ ਨਾਗਰਿਕਤਾ ਛੱਡ ਰਹੇ ਆ। ਸੋ ਅੱਜ ਜਿਹੜੇ ਆਏ ਹੋਏ ਮਹਿਮਾਨ, ਉਹਨਾਂ ਦਾ ਰਸਮੀ ਤਾਰੁਫ ਕਰਵਾਉਂਦਾ ਹੋਇਆ ਇਸਤਕਬਾਲ ਕਰਾਂਗੇ। ਸੀਨੀਅਰ ਪੱਤਰਕਾਰ ਨੇ ਪ੍ਰੀਤਮ ਸਿੰਘ ਰੁਪਾਲ ਜੀ, ਤੁਹਾਡਾ ਸਵਾਗਤ ਹੈ ਇਸ ਚਰਚਾ ਦੇ ਵਿੱਚ। ਸਾਡੇ ਨਾਲ APS ਖੜਿਆਲ ਸਾਹਿਬ ਕਾਂਗਰਸ ਤੋਂ ਤਸ਼ਰੀਫ ਲੈ ਕੇ ਆਏ, ਜਨਾਬ ਜੀਓ ਆਇਆਂ ਨੂੰ। ਬੀਬਾ ਅਮਨਜੋਤ ਕੌਰ ਰਾਮੂਵਾਲੀਆ BJP ਤੋਂ ਆਪਣੀ ਗੱਲਬਾਤ ਰੱਖਣਗੇ। ਤੁਹਾਡਾ ਨਿੱਘਾ ਸਵਾਗਤ ਹੈ ਇਸ ਚਰਚਾ ਦਾ। ਰੁਪਾਲ ਸਾਹਿਬ, ਤੁਹਾਡੇ ਤੋਂ ਸਮਝਣਾ ਚਾਹੂੰਗਾ, ਫੋਕਲੋਰ ਦੇ ਉੱਤੇ ਵੀ ਤੁਹਾਡਾ ਕੰਮ ਹੈ ਔਰ ਸੱਭਿਆਚਾਰ ਨੂੰ ਬੜੀ ਬਾਰੀਕੀ ਦੇ ਨਾਲ ਜਾਣਦੇ ਸਮਝਦੇ ਹੋ। ਹਿਜਰਤ ਪੰਜਾਬੀਆਂ ਦੇ ਹਿੱਸੇ ਜ਼ਰੂਰ ਆਈ ਹੈ, ਇਹਦੇ ਵਿੱਚ ਕੋਈ ਨਹੀਂ, ਕਦੇ ਸ਼ੌਕ ਨਾਲ ਕੀਤੀ ਤੇ ਕਦੇ ਮਜਬੂਰੀ ਨਾਲ ਕੀਤੀ। ਪਰ ਜਿਹੜੇ ਇਹ ਅੰਕੜੇ ਸਾਹਮਣੇ ਆਏ ਆ, ਇਹ ਕੀ ਦਰਸਾ ਰਹੇ ਆ? ਜਿਹੜੇ ਸਾਡੇ ਇੱਥੋਂ ਨੌਜਵਾਨ ਕੁਝ ਸਮਾਂ ਪਹਿਲਾਂ ਸਿਰਫ ਤੇ ਸਿਰਫ ਇਹ ਸੋਚ ਕੇ ਜਾਂਦੇ ਸੀ ਕਿ ਕੁਝ ਸਮਾਂ ਮਿਹਨਤ ਕਰਕੇ ਇੱਥੇ ਆ ਕੇ ਆਪਣੇ ਪਿੰਡ 'ਚ ਚੰਗੀ ਰਹਿਣੀ ਬਹਿਣੀ ਦੇ ਨਾਲ, ਚੰਗੀ ਠੁੱਕ ਨਾਲ ਰਹਾਂਗੇ, ਪਰ ਹੁਣ ਵੇਲਾ ਪੁੱਠਾ ਹੁੰਦਾ ਜਾ ਰਿਹਾ ਕਿ ਇੱਥੋਂ ਸਾਰਾ ਕੁਝ ਵੇਚ ਵੱਟ ਕੇ ਅਸੀਂ ਉੱਥੇ ਠੁੱਕ ਨਾਲ ਰਵਾਂਗੇ। ਦੇਖੋ ਨਵਜੋਤ ਜੀ, ਇੱਕ ਗੱਲ ਤਾਂ ਬੜੀ ਸਾਫ਼ ਹੈ ਕਿ ਜਿਹੜੀ ਹਿਜਰਤ ਹੈ ਜਾਂ ਜਿਹੜਾ ਪ੍ਰਵਾਸ ਹੈ, ਇਹ ਕੋਈ ਨਵਾਂ ਵਰਤਾਰਾ ਨਹੀਂ ਹੈ। ਪਹਿਲੀ ਗੱਲ ਤਾਂ ਕਿਉਂਕਿ ਹੁਣ ਸਾਡਾ ਬਾਹਰੀ ਵਿਕਾਸ ਇੰਨਾ ਹੋ ਗਿਆ, ਸਾਨੂੰ ਬਹੁਤ ਕੁਝ ਅੰਕੜੇ ਸਾਹਮਣੇ ਆਉਣ ਲੱਗ ਗਏ ਜਾਂ ਹੋਰ ਹੈ। ਜੇ ਆਪਾਂ ਸਾਡੇ ਜੇ ਪੰਜਾਬ ਦੀ ਗੱਲ ਕਰੀਏ, ਸਾਡੇ ਤਾਂ ਗੁਰੂ ਸਾਹਿਬਾਨ ਨੇ ਸਾਨੂੰ ਇਹ ਕਹਿਤਾ ਤੁਸੀਂ ਉੱਜੜਦੇ ਰਹੋ, ਸਾਨੂੰ ਹਿਜਰਤ ਦਾ ਵਿਰਸੇ ਦੇ ਵਿੱਚ ਮਿਲੀ ਹੈ। ਫਿਰ ਵੀ ਲੋਕ ਆਪਣੇ ਬਿਹਤਰ ਆਪਣੀ ਉਪਜੀਵਕਾ ਵਾਸਤੇ, ਆਪਣੇ ਰਿਜ਼ਕ ਵਾਸਤੇ ਦੂਜੀ ਥਾਂ ਜਾਂਦੇ ਰਹੇ ਆ। ਤੇ ਸਾਡੇ ਲਈ ਬਾਹਰਲੇ ਮੁਲਕਾਂ ਦੇ ਵਿੱਚ ਜਾਣਾ ਵੀ ਕੋਈ ਨਵੀਂ ਗੱਲ ਨਹੀਂ ਹੈ। ਲਗਭਗ ਇੱਕ ਸਾਲਾਂ ਤੋਂ ਜਿਹੜੇ ਲੋਕ ਹੈ ਸਾਡੇ ਜਾ ਰਹੇ ਆ, ਭਾਵੇਂ ਪਹਿਲਾਂ ਕਿਤੇ ਮਲੇਸ਼ੀਆ ਜਿਹਨੂੰ ਮਲਾਇਆ ਕਹਿੰਦੇ, ਉੱਥੇ ਜਾਂਦੇ ਵਲਾਇਤ, ਕੈਨੇਡਾ। ਸ਼ੁਰੂਆਤ ਜ਼ਿਆਦਾ ਕੈਨੇਡਾ ਤੋਂ ਹੋਈ ਕਿਉਂਕਿ ਕੈਨੇਡਾ ਹੀ ਸਭ ਤੋਂ ਪਹਿਲਾਂ ਜਿਹੜਾ ਹੈ ਪੰਜਾਬ ਲਈ ਇੱਕ ਲੁਭਾਉਣਾ ਜਿਹੜਾ ਦੇਸ਼ ਬਣਿਆ, ਜਿੱਥੇ ਬੜੇ ਗੀਤਾਂ ਦੇ ਵਿੱਚ ਸਾਡੇ ਵਾਰ-ਵਾਰ ਕੈਨੇਡਾ ਦਾ ਜ਼ਿਕਰ ਆਉਂਦਾ ਰਿਹਾ ਜਾਂ ਹੋਊਗਾ। ਨਵਜੋਤ ਜੀ, ਜਿਹੜੀ ਗੱਲ ਤੁਸੀਂ ਸ਼ੁਰੂ ਕੀਤੀ ਹੈ ਉਹ ਬਹੁਤ ਵੱਡੇ ਹੁੰਦੀ ਹੈ ਕਿ ਕਿਸੇ ਵੇਲੇ ਤਾਂ ਇਹ ਸੀ ਕਿ ਸਾਡਾ ਇਸ ਸਮਝ ਸੀ ਜਿਹੜੀ ਦਿਮਾਗੀ ਪੂੰਜੀ ਹੈ ਜਾਂ ਸਾਡਾ ਜਿਹਨੂੰ ਦੇਣ ਦਾ ਨਾਮ ਦਿੱਤਾ ਮਾਰਾ ਨੇ, ਆਰਥਿਕ ਦੁਆਰਾ ਨੇ, ਕਿ ਸਾਡਾ ਸਿਰਫ ਸਾਡਾ ਜਿਹੜੇ ਡਾਕਟਰ, ਸਾਡੇ ਇੰਜੀਨੀਅਰ, ਸਾਡੇ ਹੋਰ ਬਾਹਰ ਜਾ ਰਹੇ, ਉਹਨਾਂ ਨੂੰ ਸਾਡੇ ਦੇਸ਼ 'ਚ ਰਹਿ ਕੇ ਕੰਮ ਕਰਨਾ ਚਾਹੀਦਾ ਜੀ। ਪਰ ਹੁਣ ਪਹਿਲਾਂ ਤੋਂ ਜਿਹੜਾ ਇੱਕ ਨਵਾਂ ਵਰਤਾਰਾ ਹੈ ਤੇ ਉਹ ਮੈਂ ਸਮਝਦਾ ਕਿ ਬਹੁਤ ਭਾਵੇਂ ਇਹ ਗੱਲ ਇੱਕ ਕੁਦਰਤੀ ਵਰਤਾਰਾ ਹੈ, ਹਿਜਰਤ ਕਰਨਾ, ਪ੍ਰਵਾਸ ਕਰਨਾ, ਲੋਕ ਦੇ ਜੀਵਨ ਲਈ ਜਾਂ ਹੋਰ ਹੈ ਜਾਂਦੇ ਆ, ਦੂਸਰੇ ਮੁਲਕਾਂ 'ਚ ਵੀ ਜਾਂਦੇ ਆ, ਸੂਬਿਆਂ ਦੇ ਵਿੱਚ ਵੀ ਜਾਂਦੇ ਆ। ਤੇ ਪਰ ਪਿਛਲੇ ਸਮੇਂ ਜਦੋਂ ਤੋਂ ਜਿਹੜੇ ਜਾਲੀ ਤਰੀਕੇ ਨਾਲ ਲੋਕਾਂ ਨੂੰ ਭੇਜਦੇ ਸੀ, ਉਸ ਤੋਂ ਬਾਅਦ ਜਿਹੜਾ ਇੱਕ ਨਵਾਂ ਟ੍ਰੈਂਡ ਸ਼ੁਰੂ ਹੋਇਆ ਹੈ ਐਜੂਕੇਸ਼ਨ ਦਾ। ਤੇ ਉਹ ਜਿਹੜੀਆਂ ਉੱਥੇ ਯੂਨੀਵਰਸਿਟੀਆਂ ਨੇ ਜਾਂ ਹੋਰ ਹੈ, ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ ਯੂਨੀਵਰਸਿਟੀਆਂ ਦਾ ਸਿਸਟਮ ਕੀ ਹੈ। ਸਾਡੀਆਂ ਯੂਨੀਵਰਸਿਟੀਆਂ ਭਾਵੇਂ ਹੁਣ ਇੱਥੇ ਦੀ ਪ੍ਰਾਈਵੇਟ ਯੂਨੀਵਰਸਿਟੀਆਂ ਬਹੁਤ ਮਸ਼ਹੂਰ ਹੋ ਗਈ, ਬਹੁਤ ਜ਼ਿਆਦਾ ਜਿਹੜੀਆਂ ਹੋ ਚੁੱਕੀਆਂ ਨੇ, ਤੇ ਪਰ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਦਾ ਇੱਕ ਵੱਖਰੀ ਤਰ੍ਹਾਂ ਦਾ ਵਰਤਾਰਾ ਸੀ ਤੇ ਉਹ ਇੱਕ ਰਾਹ ਲੱਭ ਲਿਆ ਗਿਆ। ਤੇ ਜੇ ਤੁਸੀਂ ਇਸ ਤਰੀਕੇ ਨਾਲ ਨਹੀਂ ਜਿਹੜੇ ਸਮਾਨ ਜਾ ਸਕਦੇ ਨਹੀਂ, ਹੁਣ ਤਾਂ ਰੁਪਾਲ ਸਾਹਿਬ, ਹੁਣ ਤਾਂ ਨਵੇਂ ਆਯਾਮ, ਨਵੇਂ ਤਰੀਕੇ ਜਿਹੜੇ ਹੈ ਉਹ ਮੁਲਕ ਆਪ ਦੱਸਦੇ ਆ ਕਿ ਇੰਨੇ ਕੁ ਪੈਸੇ ਲਿਆਉਂਗੇ ਤੁਹਾਡੀ ਕੱਲਿਆਂ ਦੀ PR ਹੋ ਜਾਏਗੀ, ਇੰਨੇ ਕੁ ਪੈਸੇ ਲਿਆਉਂਗੇ ਤੇ ਪਰਿਵਾਰ ਦੀ ਸਿਟੀਜ਼ਨਸ਼ਿਪ ਹੋ ਜਾਏਗੀ, ਇੰਨਾ ਇੱਥੇ ਇਨਵੈਸਟ ਕਰੋਗੇ ਤੇ ਇਦਾਂ ਹੋ ਜਾਊਗਾ। ਫਿਰ ਉੱਥੇ ਬੈਠੇ ਜਵਾਕ ਪੁੱਛਦੇ ਆ,
ਆਪਦੇ ਭਾਪੇ ਨੂੰ ਆਪਦੀ ਮੰਮੀ ਨੂੰ ਪੁੱਛਦੇ ਆ ਵੀ ਆਖੇ ਤੁਹਾਡੇ ਕੋਲ ਪੈਸੇ ਕਿੰਨੇ ਆ, ਰਿਟਾਇਰਮੈਂਟ ਤੇ ਕਿੰਨੇ ਪੈਸੇ ਮਿਲ ਗਏ, ਤੇ ਜਿਹੜੀ ਜ਼ਮੀਨ ਆਪਣੇ ਕੋਲ ਪਈ ਹੈ ਇਹ 2 ਟੁਕੜੇ ਕਿੰਨੇ ਕੁ ਦੇ ਵਿਕ ਜਾਣਗੇ, ਕਿਉਂਕਿ ਇਹਦੇ ਨਾਲ ਤੁਹਾਨੂੰ ਸਿਟੀਜ਼ਨਸ਼ਿਪ ਵੀ ਮਿਲ ਜੇਗੀ ਤੇ ਤੁਸੀਂ ਸਾਡੇ ਨੇੜੇ ਵੀ ਆ ਜਾਓਗੇ। ਪਰ ਮੈਂ ਇਹ ਜਾਣਨਾ ਚਾਹੁੰਦਾ ਵੀ ਇਹਦਾ ਕਾਰਨ ਇੱਥੋਂ ਦੀ ਸਰਕਾਰਾਂ ਦੀ ਜਾਂ ਪੋਲੀਟੀਕਲ ਸਿਸਟਮ ਦੀ ਆਪਣੇ ਲੋਕਾਂ ਪ੍ਰਤੀ ਜਿਹੜੀ ਜ਼ਿੰਮੇਵਾਰੀਆਂ ਤੋਂ ਬੇਰੁਖੀ ਜਾਂ ਮੁੱਖ ਮੋੜਨਾ ਹੈ, ਜਾਂ ਕੋਈ ਹੋਰ ਕਾਰਨ ਹੈ? ਨਹੀਂ ਦੇਖੋ ਨਵਜੋਤ ਜੀ, ਇੱਕ ਗੱਲ ਤਾਂ ਸਾਫ਼ ਹੈ ਕਿ ਇਹ ਇੱਕ ਮਨੁੱਖੀ ਗੱਲ ਹੈ। ਇਹ ਇਕੱਲੇ ਸਾਡੇ ਪੰਜਾਬ ਦੇ ਲੋਕ ਨਹੀਂ, ਸਾਡੇ ਦੇਸ਼ ਦੇ ਵਿੱਚੋਂ ਹੋਰਨਾਂ ਸੂਬਿਆਂ ਦੇ ਸਾਥੋਂ ਪਹਿਲਾਂ ਅੱਗੇ ਗਏ ਹੋਏ ਆ ਲੋਕ, ਜਿੱਦਾਂ ਤੁਸੀਂ ਗੁਜਰਾਤ ਦੇ ਜਿੱਦਾਂ ਤੁਸੀਂ ਦੱਸਿਆ, ਤੇ ਜਿਹੜੇ ਹੈ ਕਰਨਾਟਕਾ ਦੇ ਵਿੱਚੋਂ IT ਦੇ ਖੇਤਰ ਦੇ ਵਿੱਚ ਪਹਿਲਾਂ ਲੋਕ ਗਏ, ਉਹਨਾਂ ਦੇਸ਼ਾਂ ਦੇ ਵਿੱਚੋਂ ਵੀ ਜੇ ਇਦਾਂ ਦਾ ਆਂਕੜਾ ਲਈਏ ਤਾਂ ਚਾਈਨਾ ਸਭ ਤੋਂ ਵੱਧ ਗਏ ਹੋਏ ਆ। ਤੇ ਇਹ ਮਸਲਾ ਤਾਂ ਇਹ ਹੈ ਕਿ ਜਿਹੜੀ ਤੁਸੀਂ ਗੱਲ ਕੀਤੀ ਸੀ ਨਾ ਕਿ ਜ਼ਮੀਨ ਨਾਲੋਂ ਜਾਂ ਜਿੱਦਾਂ ਤੁਸੀਂ ਭੂਮਿਕਾ ਬੰਨੀ ਹੈ, ਲੋਕਾਂ ਦਾ ਕਿਉਂ ਹੋ ਰਿਹਾ, ਆਪਣੀ ਮਿੱਟੀ ਨਾਲੋਂ ਮੋਹ ਭੰਗ ਕਿਉਂ ਹੋ ਰਿਹਾ, ਉਹਨਾਂ ਨੂੰ ਇਹ ਕਿਉਂ ਨਹੀਂ ਲੱਗਦਾ ਕਿ ਆਪਣੀ ਮਿੱਟੀ ਦੇ ਵਿੱਚ ਰਹਿ ਕੇ, ਆਪਣੀ ਜ਼ਮੀਨ ਦੇ ਵਿੱਚ ਰਹਿ ਕੇ ਜਿਹੜਾ ਹੈ ਇੱਥੇ ਬੱਚਾ ਜਿਹੜਾ ਹੈਗਾ ਰਿਸਕ ਕਮਾ ਸਕਦਾ, ਵਧੀਆ ਜੀਵਨ ਨਿਰਵਾਹ ਕਰ ਸਕਦਾ। ਇਹਦੇ ਹੋਰ ਬਹੁਤ ਸਾਰੇ ਕਾਰਨ ਹੋ ਸਕਦੇ ਹੈ, ਪਰ ਜਿਹੜਾ ਵੱਡਾ ਇੱਕ ਮੈਂ ਸਮਝਦਾ ਕਾਰਨ ਜਦੋਂ ਅੰਤ ਤੱਕ ਹੈ ਹੀ ਹੈ, ਜਿੱਦਾਂ ਸਰਕਾਰਾਂ ਨੇ ਕਿਉਂਕਿ ਇਸ ਪਾਸੇ ਨੂੰ ਤੁਰੇ ਤਾਂ ਫਿਰ ਜਿਹੜੀ ਹੈ ਵਾਲੇ ਪਾਸੇ ਜਿਹੜੀ ਜਾਣੀਆਂ ਵਾਲੇ ਪਾਸੇ ਤੁਰ ਜਾਣੀਆਂ। ਠੀਕ, ਤੇ ਅਸਲ ਦੇ ਵਿੱਚ ਇਹ ਹੈ ਕਿ ਲੋਕਾਂ ਦੇ ਅੰਦਰ ਜਿਹੜੀ ਇੱਕ ਲਾਲਸਾ ਹੈ, ਇੱਕ ਚੰਗਿਆਈ ਦੀ, ਜਾਂ ਇੱਕ ਜਿਹਨੂੰ ਆਪਾਂ ਇੱਕ ਕਲਪਨਾ ਕਹਿੰਦੇ ਜਾਂ ਆਪਾਂ ਕਹਿੰਦੇ ਕਿ ਲੁਭਾਉਣਾ ਕਹਿੰਦੇ, ਇਹ ਉੱਥੇ ਆ ਜਿਹੜੇ ਜੋ ਆ ਕੇ ਸਾਡੇ ਬੱਚੇ ਦੱਸਦੇ ਉੱਥੇ ਆਹ ਸਿਸਟਮ, ਉੱਥੇ ਆਹ ਤਰੀਕਾ ਹੈ, ਤੇ ਇੱਥੇ ਤਾਂ ਕੁਛ ਵੀ ਨਹੀਂ, ਇੱਥੇ ਤੁਸੀਂ ਐਵੇਂ ਕਰੀ ਜਾਂਦੇ ਹੋ, ਤਾਂ ਫਿਰ ਉਹ ਲੱਗਦਾ ਕਿ ਅਸੀਂ ਵੀ ਬਾਹਰ ਜਾਈਏ। ਜਿਹੜੀ ਅੱਜ ਤੋਂ ਪਹਿਲਾਂ ਸਾਡੇ ਖਾਸ ਕਰਕੇ ਪੰਜਾਬੀ ਸੱਭਿਆਚਾਰ ਦੇ ਵਿੱਚ ਆਮ ਤੌਰ ਤੇ ਗੱਲ ਸਾਡੀ ਬਾਣੀ ਦੇ ਵਿੱਚ ਵੀ ਜ਼ਿਕਰ ਆਉਂਦਾ, ਫਰੀਦ ਜੀ ਨੇ ਬੜੇ ਕਹਿੰਦੇ ਵੀ ਪਰਾਈ ਜਿਹੜੀ ਚੋਪੜੀ ਨਾ ਦੇਖ ਤੇ ਤੂੰ ਆਪਣੀ ਰੁੱਖੀ ਮਿੱਸੀ ਖਾ ਲੈ, ਤੇ ਉਹ ਹੁਣ ਰੁੱਖੀ ਮਿੱਸੀ ਖਾਣ ਵਾਲੀ ਜਿਹੜੀ ਗੱਲ ਹੈ ਉਹ ਨਵੇਂ ਇਹਦੇ ਤੋਂ ਜਿਹੜੀ ਗੱਲ ਖਤਮ ਹੋ ਰਹੀ ਹੈ। ਕਿਉਂਕਿ ਜਿੱਦਾਂ ਦੱਸਿਆ ਮੇਰਾ ਰੁਪਾਲ ਸਾਹਿਬ, ਮਾਜ਼ਰਤ ਚਾਹੁੰਦਾ ਤੁਹਾਨੂੰ ਦਰਮਿਆਨ ਰੋਕ ਰਿਹਾ, ਤੁਹਾਡੇ ਨਾ ਨੈਟਵਰਕ ਦੀ ਕੁਝ ਪ੍ਰੋਬਲਮ ਆ ਰਹੀ ਹੈ। ਮੈਂ ਟੀਮ ਨੂੰ ਕਹੂੰਗਾ ਕਿ ਕਾਈਂਡਲੀ ਦਰੁਸਤ ਕਰਾ ਲਓ। ਇਨ ਬਿਟਵੀਨ ਮੈਂ ਦੂਜਿਆਂ ਜਿਹੜੇ ਸਾਡੇ ਕੋ ਪੈਨਲਿਸਟ ਆ ਤੁਹਾਡੇ, ਉਹਨਾਂ ਦੇ ਕੋਲ ਮੈਂ ਜਾਊਂਗਾ। ਅਮਨਜੋਤ ਜੀ, ਮੈਨੂੰ ਉਹ ਦਿਨ ਯਾਦ ਹੈ 2017, 18, 19 ਤੱਕ ਵੀ, ਔਰ ਉਦੋਂ ਵਿਦੇਸ਼ ਮੰਤਰਾਲੇ ਦੇ ਵਿੱਚ ਜੇ ਮੈਂ ਗਲਤ ਨਾ ਹੋਵਾਂ ਤਾਂ ਸੁਸ਼ਮਾ ਸਵਰਾਜ ਜੀ ਹੁੰਦੇ ਸੀਗੇ। ਤੁਸੀਂ ਆਪਣੇ ਪਿਤਾ ਜੀ ਨਾਲ ਅਕਸਰ ਉੱਥੇ ਮੈਨੂੰ ਮਿਲਿਆ ਕਰਦੇ ਸੀ, ਦਿੱਲੀ ਦੀ ਮੈਂ ਗੱਲ ਕਰ ਰਿਹਾ। ਬਹੁਤ ਸਾਰੇ ਪਰਿਵਾਰਾਂ ਨੂੰ ਤੁਸੀਂ ਓਮਾਨ, ਮਸਕਟ, ਇਹ ਦੁਬਈ 'ਚੋਂ ਜਿਹੜੇ ਕਿ ਉੱਥੇ ਜਿਹੜੇ ਕੁੜੀਆਂ ਫਸ ਜਾਂਦੀਆਂ ਸੀਗੀਆਂ, ਬੱਚੀਆਂ, ਉਹਨਾਂ ਨੂੰ ਛਡਾ ਕੇ ਲਿਆਉਂਦੇ ਸੀ। ਇੱਕ ਤਾਂ ਉਹ ਜਿਹੜੀ ਬੜੀ ਮਜਬੂਰੀ ਨਾਲ ਜਾਂਦੇ, ਇੱਕ ਰੁਪਾਲ ਸਾਹਿਬ ਨੇ ਦੱਸਿਆ ਕਿ ਸ਼ੌਕ ਦੇ ਨਾਲ ਜਾਂਦੇ ਆ, ਉਰੇ ਚੌਖਾ ਪੈਸਾ ਤੇ ਉੱਥੇ ਚੰਗੀ ਜੀਵਨ ਜਾਂਚ ਦੀ ਭਾਲ ਦੇ ਵਿੱਚ ਜਾਂਦੇ ਆ। ਪਰ ਜਿਹੜਾ ਮਿੱਟੀ ਤੋਂ ਮੋਹ ਭੰਗ ਹੋ ਰਿਹਾ ਹੈ, ਜਿਹੜਾ ਕਿ ਚਾਹੁੰਦੇ ਆ ਕਿ ਹੁਣ ਅਸੀਂ ਇੱਥੇ ਰਹਿਣਾ ਹੀ ਨਹੀਂ, ਬੜੀ ਬੇਰੁਖੀ ਦੇ ਨਾਲ ਆਪਣੇ ਮਾਪਿਆਂ ਨੂੰ ਇੱਥੇ ਮੁਲਕ ਬੈਠੇ ਨੂੰ ਜਵਾਬ ਦਿੰਦੇ ਕਿ ਸਾਡਾ ਤਾਂ ਇੱਥੇ ਆਉਣ ਨੂੰ ਜੀ ਨਹੀਂ ਕਰਦਾ। ਪੋਲੀਟੀਕਲ ਸਿਸਟਮ ਉਸ ਲਈ ਜ਼ਿੰਮੇਵਾਰ ਹੈ ਜਾਂ ਨਹੀਂ? ਮੈਨੂੰ ਲੱਗਦਾ ਹੈ ਜ਼ਿਆਦਾ ਪ੍ਰੋਬਲਮ ਹੈ ਜਿਹੜੀ ਨਵਜੋਤ ਜੀ, ਕਿ ਇਹ ਪ੍ਰੋਬਲਮ ਸੋਸ਼ਲ ਹੈ। ਇਹਦੇ 'ਚ ਮੈਂ ਪੋਲੀਟੀਕਲੀ ਵੀ ਅਸੀਂ ਕਿਤੇ ਨਾ ਕਿਤੇ ਜ਼ਿੰਮੇਦਾਰ ਹੋਵਾਂਗੇ ਕਿ ਅਸੀਂ ਨੌਕਰੀਆਂ ਨਹੀਂ ਪੈਦਾ ਕਰ ਸਕੇ। ਪਰ ਜੇ ਅਸੀਂ ਨੌਕਰੀ ਦੀ ਗੱਲ ਕਰੀਏ ਤਾਂ ਅੱਜ ਕੈਨੇਡਾ ਦੇ ਵਿੱਚ ਵੀ ਨੌਕਰੀ ਨਹੀਂ ਮਿਲਦੀ। 10 ਫੋਨ ਤਾਂ ਮੈਨੂੰ ਆ ਚੁੱਕੇ ਹੋਣੇ ਆ ਕਿ ਜੀ ਕੁੜੀ ਨੂੰ, ਮੁੰਡੇ ਨੂੰ 2-2 ਮਹੀਨੇ ਹੋ ਗਏ ਗਏ ਨੂੰ, ਨੌਕਰੀ ਨਹੀਂ ਮਿਲੀ, ਤੁਸੀਂ ਉੱਥੇ ਨੌਕਰੀ ਦਿਵਾਓ। ਔਰ ਜਿਹੜੀ ਗੱਲ ਤੁਹਾਡਾ ਜਵਾਬ ਆ, ਤੁਹਾਡੀ ਗੱਲ ਦਾ ਜਵਾਬ ਆ ਕਿ ਇੱਥੇ ਐਕਚੁਅਲੀ ਧਰਤੀ ਨਾਲ ਮੋਹ ਭੰਗ ਹੋਣ ਦੀ ਗੱਲ ਜ਼ਿਆਦਾ ਜ਼ਿੰਮੇਦਾਰ ਲੱਗਦੀ ਆ। ਜਦੋਂ ਅਸੀਂ ਜਿਹੜੇ ਸਾਡੇ ਲੋਕ ਆ ਉਹ ਵਿਦੇਸ਼ਾਂ ਨੂੰ ਭੱਜਦੇ ਆ, ਇੱਕ ਤਾਂ ਇਹ ਭੇਡ ਚਾਲ ਆ, ਜਿਵੇਂ ਮੈਂ ਕਹਿ ਦੇਵਾਂ ਕਿ ਅਨਨੈਸੈਸਰੀ ਜਿਹੜੀ ਫਰੀडम ਲੈਣਾ ਚਾਹੁੰਦੇ ਆ ਲੋਕ, ਯੂਰਪੀਅਨ ਸਟਾਈਲ ਦੇ ਵਿੱਚ ਜ਼ਿੰਦਗੀ ਜਾਣਾ ਚਾਹੁੰਦੇ ਆ। ਔਰ ਇਹ ਜਿਹੜਾ ਲਾਈਫ ਸਟਾਈਲ ਚੇਂਜ ਕਰਨ ਦਾ ਔਰ ਬਿਹਤਰ ਲਾਈਫ ਸਟਾਈਲ ਕਿ ਅਸੀਂ ਕੈਨੇਡਾ ਜਾ ਕੇ ਚੰਗੇ ਕੱਪੜੇ ਪਾਵਾਂਗੇ, ਸਾਡੇ ਆਪਣੇ ਬੰਧਨਾਂ ਤੋਂ ਛੁੱਟਣਾ ਚਾਹੁੰਦੇ ਆ। ਇਹ ਮੈਂ ਬਹੁਤ ਬਰੀਕੀ ਨਾਲ ਇਸ ਗੱਲ ਤੇ ਸਟੱਡੀ ਕੀਤੀ ਆ, ਤੇ ਇਹੀ ਗੱਲਾਂ ਜ਼ਿਆਦਾ ਹੈ ਕਿ ਚੰਗੇ ਭਲੇ ਘਰਾਂ ਦੇ ਬੱਚੇ ਜਿਨ੍ਹਾਂ ਦੇ ਕੋਲੇ 20-20 ਏਕੜ ਦੀ ਜ਼ਮੀਨ ਆ, 500 ਗਾਂ ਦਾ ਡੈਰੀ ਫਾਰਮ ਆ, ਜਿਨ੍ਹਾਂ ਦੇ ਮਾਪਿਆਂ ਦੇ ਕੋਲੇ ਚੰਗੇ ਭਲੇ ਬਿਜ਼ਨਸ ਆ, ਔਰ ਬੱਚੇ ਬੱਚੀਆਂ ਕਹਿੰਦੇ ਨਹੀਂ ਅਸੀਂ ਇੱਥੇ ਨਹੀਂ ਰਹਿਣਾ, ਅਸੀਂ ਵਿਦੇਸ਼ ਜਾਣਾ। ਇੱਥੋਂ ਤੱਕ ਕਿ ਪੱਤਰਕਾਰਾਂ ਦੇ ਵੀ ਬੱਚੇ ਬਹੁਤ ਸਾਰੇ ਵਿਦੇਸ਼ ਜਾਣਾ ਚਾਹੁੰਦੇ ਆ।
ਜਾਂ ਤਾਂ ਇੱਕ ਕੁਦਰਤ ਦਾ ਕਿਤੇ ਨਾ ਕਿਤੇ ਮੈਂ ਕਹਿ ਲਾਂ ਕਿ ਕੁਦਰਤ ਦਾ ਇੱਕ ਸਿਸਟਮ ਆ ਕਿ ਅਸੀਂ ਸ਼ਾਇਦ ਸਾਡੀਆਂ ਜਨਰੇਸ਼ਨਸ ਆ ਜਿਹੜੀਆਂ ਉਹ ਮਾਈਗ੍ਰੈਂਟ ਹੁੰਦੀਆਂ ਤੇ ਉਹਨਾਂ 'ਚ ਚੇਂਜ ਆਉਂਦੀਆਂ ਤੇ ਅਸੀਂ ਮਲਟੀਕਲਚਰਲ ਹੋ ਜਾਂਦੇ ਆ ਮੁੜ ਕੇ। ਜੀ ਪਹਿਲਾਂ ਵੀ ਹੋਏ ਹੋਵਾਂਗੇ ਬਹੁਤ ਸਾਰੇ ਸਾਲ ਜਦੋਂ ਅਸੀਂ ਏਰੀਅਨਸ ਆਏ, ਜਿਵੇਂ ਸਮਝਦੀ ਆ ਆਰੀਅਨ ਜਿਹੜੇ ਅਸੀਂ ਲੋਕ ਇੱਥੇ ਭਾਰਤ ਦੇ ਵਿੱਚ ਆਏ, ਤੇ ਇਹ ਗੱਲਾਂ ਵਾਂਗੂ ਮੈਨੂੰ ਲੱਗ ਰਿਹਾ ਕਿ ਅਸੀਂ ਉਸ ਵੱਲ ਨੂੰ ਜਾ ਰਹੇ ਹਾਂ। ਨਹੀਂ ਕੋਈ ਐਡੀ ਵੀ ਤਕਲੀਫ ਨਹੀਂ ਹੈ। ਔਰ ਮੈਂ ਦੇਖਿਆ ਹੈਗਾ ਕਿ ਲੋਕ ਕਿਵੇਂ ਪਹਿਲਾਂ ਦੇਖੋ ਪੰਜਾਬਣਾਂ ਜਿਹੜੀਆਂ ਕੁੜੀਆਂ ਹੁੰਦੀਆਂ ਸੀਗੀਆਂ NRI ਦੁੱਲਿਆਂ ਬਾਰੇ ਉਹਨਾਂ ਤੋਂ ਲੁੱਟ ਖਾਂਦੀਆਂ ਸੀ ਕਿ ਦਾਜ ਦਹੇਜ ਦਿੰਦੀਆਂ ਸੀ ਔਰ ਉਹਨਾਂ ਬਾਰੇ ਉਹਨਾਂ ਦੁਆਰਾ ਲੁੱਟੀਆਂ ਜਾਂਦੀਆਂ ਸੀ। ਪਰ ਹੁਣ ਆਇਲਸ ਨਹੀਂ ਕੰਪਲੀਟ ਕਰ ਸਕਦੇ ਜਿਹੜੇ ਮੁੰਡੇ, ਉਹ ਕੁੜੀਆਂ ਜਿਹੜੀਆਂ ਕਰ ਸਕਦੀਆਂ ਤੇ ਉਹਨਾਂ ਦੀ ਪੂਛ ਫੜ ਕੇ ਕੈਨੇਡਾ ਜਾਣਾ ਚਾਹੁੰਦੇ ਆ ਔਰ ਉਹ ਫਿਰ ਲੁੱਟੇ ਜਾਂਦੇ ਆ 20-20 ਲੱਖ 'ਚ ਕਿ ਕੁੜੀਆਂ ਮੁੜ ਕੇ ਐਟੀਟਿਊਡ ਹੋ ਜਾਂਦੇ ਆ ਔਰ ਅੰਡਰਸਟੈਂਡਿੰਗ ਨਹੀਂ ਰਹਿੰਦੀ, ਜ਼ਬਰਦਸਤੀ ਵਿਆਹ ਵਾਲੀ ਗੱਲ ਲੱਗਦੀ ਆ, ਉੱਥੇ ਬॉयਫ੍ਰੈਂਡ ਬਣ ਜਾਂਦਾ। ਕਿਉਂਕਿ ਅਸੀਂ ਸਾਡੀ ਜਨਰੇਸ਼ਨ ਵਾਲੀ ਗੱਲ ਨਹੀਂ ਰਹੀ, ਹੁਣ ਆਪਾਂ ਬਹੁਤ ਬਦਲ ਗਏ ਆ ਔਰ ਇਸ ਕਰਕੇ ਵੀ ਮੈਨੂੰ ਲੱਗਦਾ ਹੈ ਕਿ ਇਹ ਜਿਹੜੀ ਸਾਰੀ ਗੱਲ ਆ ਇਹਦੇ ਵਿੱਚ ਕਿਤੇ ਨਾ ਕਿਤੇ ਅਸੀਂ ਪੰਜਾਬੀ ਅਸੀਂ ਇੱਥੋਂ ਬਾਹਰ ਨਿਕਲ ਰਹੇ ਤੇ ਸਾਡੀ ਜਿਹੜੀ ਰਿਪਲੇਸਮੈਂਟ ਆ ਪ੍ਰਵਾਸੀਆਂ ਦੁਆਰਾ ਪ੍ਰਵਾਸੀ ਭਾਰਤੀਆਂ ਦੁਆਰਾ ਹੋ ਰਹੀ ਆ। ਔਰ ਬਹੁਤੀ ਗੱਲ ਮੈਂ ਇਹਦੇ 'ਚ ਇਹ ਵੀ ਕਹਿਣਾ ਚਾਹੁੰਦੀ ਆ ਕਿ ਜਿਹੜੀ ਇਹ ਸਮੱਸਿਆ ਹੈ ਉਹ ਸਮਾਜਿਕ ਸਮੱਸਿਆ ਹੈ। ਜਿਹੜੇ ਪੰਜਾਬੀ ਉਹਨਾਂ ਨੂੰ ਜ਼ਿਆਦਾ ਆਦਤ ਆ ਕਿ ਅਸੀਂ ਜਿਹੜੀ ਹੈਗੀ ਆ ਭੇਡ ਚਾਲ ਵਾਂਗੂ ਦੂਜੇ ਦੀ ਨਕਲ ਕਰਦੇ ਆ। ਪਰ ਇਸ ਵਕਤ ਅਸੀਂ ਸਭ ਤੋਂ ਵੱਡੀ ਸੈਂਸਿਟਿਵ ਇਸ਼ੂ ਦੇ ਵਿੱਚ ਆ ਕਿ ਪੰਜਾਬ ਖਾਲੀ ਹੋ ਰਿਹਾ ਔਰ ਮੇਰਾ ਖਿਆਲ ਹੋਰ 5 ਸਾਲਾਂ ਨੂੰ ਪਤਾ ਲੱਗਣ ਲੱਗ ਜੂਗਾ ਕਿ ਇੱਥੇ ਬੱਚੇ ਨਹੀਂ ਰਹੇ, ਇੱਥੇ 50 ਸਾਲ ਦੀ ਉਮਰ ਦੇ ਲੋਕ ਜ਼ਿਆਦਾ ਰਹਿ ਜਾਣਗੇ। ਠੀਕ ਹੈ ਖੜਿਆਲ ਸਾਹਿਬ, ਜਿਵੇਂ ਬੀਬਾ ਜੀ ਹੋਰਾਂ ਨੇ ਕਿਹਾ ਕਿ ਸਾਡੇ ਸੱਭਿਆਚਾਰ ਜਿਹੜੇ ਆ ਉਹ ਰਲਗੱਡ ਹੋ ਰਹੇ ਆ, ਨਾ ਅਸੀਂ ਘਰ ਦੇ ਰਹਿ ਰਹੇ ਹਾਂ ਤੇ ਨਾ ਘਾਟ ਦੇ ਰਹਿ ਰਹੇ ਹਾਂ। ਬਹੁਤ ਸਾਰੀਆਂ ਚੀਜ਼ਾਂ, ਕਈ ਚੀਜ਼ਾਂ ਉਹਨਾਂ ਨੇ ਵੀ ਗਿਣਵਾਈਆਂ ਔਰ ਉਹਨਾਂ ਨੇ ਕਿਹਾ ਕਿ ਸ਼ਾਇਦ ਅਸੀਂ ਨੌਕਰੀਆਂ ਦੇਣ ਦੇ ਵਿੱਚ ਵੀ ਉਨੇ ਕਾਮਯਾਬ ਨਹੀਂ ਰਹੇ ਲੋਕ, ਇਸ ਕਰਕੇ ਵੀ ਹੋਰਨਾਂ ਮੁਲਕਾਂ ਦੇ ਵੱਲ ਤੁਰੇ ਜਾ ਰਹੇ ਆ। ਸਭ ਤੋਂ ਵੱਡਾ ਜਿਹੜਾ ਐਕਸਕਿਊਜ਼ ਹੈ ਸਾਡੀ ਜਿਹੜੇ ਸਟੂਡੈਂਟ ਲਾਉਂਦੇ ਆ ਉਹ ਸਟੱਡੀ ਦਾ ਐਕਸਕਿਊਜ਼ ਲੈਂਦੇ। ਹਾਲਾਂਕਿ ਵਿੱਦਿਆ ਉੱਥੇ ਸਿਰਫ ਇੱਕ ਮਾਤਰ ਬਹਾਨਾ ਹੈ, ਬਾਕੀ ਜਾ ਕੇ ਤਾਂ ਉੱਥੇ ਕੰਮ ਕਰਨਾ ਹੁੰਦਾ। ਬਹਾਨਾ ਨਿਸ਼ਾਨਾ ਕੁਝ ਹੋਰ ਉਹਨਾਂ ਦਾ ਹੁੰਦਾ। ਮੈਂ ਇਹ ਸਮਝਦਾ ਵੀ ਆਕਰਸ਼ਿਤ ਉਹਨਾਂ ਨੂੰ ਕਿਹੜੀ ਚੀਜ਼ ਕਰ ਰਹੀ ਹੈ ਜਦੋਂ ਕਿ ਕੈਨੇਡਾ ਦੀ ਡਾਕਟਰੀ ਦੇ ਨਾਲੋਂ ਹਿੰਦੁਸਤਾਨ ਦੀ ਡਾਕਟਰੀ, ਅਮਰੀਕਾ ਦੀ ਡਾਕਟਰੀ ਨਾਲੋਂ ਹਿੰਦੁਸਤਾਨ ਦੀ ਡਾਕਟਰੀ ਜ਼ਿਆਦਾ ਬਿਹਤਰ ਮੰਨੀ ਜਾਂਦੀ ਹੈ। ਬਹੁਤ ਸਾਰੇ ਮੁਲਕਾਂ ਦੇ ਵਿੱਚ, ਹੋਰ ਕਈ ਵਿਸ਼ਿਆਂ ਦੇ ਵਿੱਚ, ਪੜ੍ਹਾਈ ਦੇ ਵਿੱਚ ਵੀ ਆਪਣਾ ਮੁਲਕ ਮੋਹਰੀ ਆ। ਪਰ ਬਾਵਜੂਦ ਇਹਨਾਂ ਤਮਾਮ ਚੀਜ਼ਾਂ ਦੇ ਕਿ ਉਹ ਵੱਡੀਆਂ ਵੱਡੀਆਂ ਇਮਾਰਤਾਂ, ਕੁਝ ਚੁਣਿੰਦਾ ਗੱਡੀਆਂ, ਕਾਰਾਂ, ਅਜਿਹੀਆਂ ਚੀਜ਼ਾਂ ਹੀ ਸਾਨੂੰ ਆਕਰਸ਼ਿਤ ਕਰ ਰਹੀਆਂ ਨੇ, ਜਾਂ ਇੱਥੋਂ ਦੇ ਸਾਡੇ ਰਾਜਨੀਤਿਕ ਤੰਤਰ ਤੋਂ ਵੀ ਲੋਕ ਕਾਫੀ ਨਿਰਾਸ਼ ਹੋਣ ਤੋਂ ਬਾਅਦ ਉਸ ਵਾਲੇ ਪਾਸੇ ਮੂੰਹ ਕਰਦੇ ਆ? ਧੰਨਵਾਦ ਧਾਲੀਵਾਲ ਸਾਹਿਬ ਸਵਾਲ ਲਈ। ਪਹਿਲੀ ਗੱਲ ਤਾਂ ਧਾਲੀਵਾਲ ਸਾਹਿਬ, ਮੈਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨਿੰਦਾ ਕਰਦਾ ਹਾਂ। ਜਦੋਂ ਜਵਾਬ ਦੇਣ ਦੀ ਵਾਰੀ ਆਈ, ਸਰਕਾਰ ਬਣ ਗਈ ਤੇ ਇੰਨਾ ਅਹਿਮ ਮੁੱਦਾ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬੁਲਾਰਾ ਭੇਜਣਾ ਵੀ ਠੀਕ ਨਹੀਂ ਸਮਝਿਆ। ਜਵਾਬਦੇਹੀ ਦੀ ਜ਼ਿੰਮੇਵਾਰੀ ਹੋਣ ਦੇ ਬਾਵਜੂਦ ਬੁਲਾਰਾ ਨਹੀਂ ਭੇਜਿਆ। ਇਟ ਇਜ਼ ਵੈਰੀ ਅਨਫੋਰਚੂਨੇਟ ਤੇ ਦਿਖਾਉਂਦਾ ਕਿ ਆਮ ਆਦਮੀ ਪਾਰਟੀ ਲੋਕਤੰਤਰ ਨੂੰ ਕਿੰਨੀ ਅਹਿਮੀਅਤ ਦਿੰਦੀ ਹੈ। ਦੂਜੀ ਗੱਲ ਇਹ ਹੈ ਕਿ ਆਪਾਂ ਦੋ ਚੀਜ਼ਾਂ ਸਮਝ ਲਈਏ ਧਾਲੀਵਾਲ ਸਾਹਿਬ, ਕਿ ਹਿੰਦੁਸਤਾਨ ਦੀ ਡੈਮੋਗ੍ਰਾਫਿਕ ਡਿਵੀਡੈਂਡ ਹੈ ਜੋ ਮਤਲਬ with the passage of time। ਅੱਛਾ ਧਾਲੀਵਾਲ ਸਾਹਿਬ, ਇੱਕ ਇਕੋ ਆ ਰਹੀ ਹੈ ਜ਼ਰਾ ਟੀਮ ਨੂੰ ਕਿ ਮੈਂ ਕਹਿ ਦਿੰਦਾ। ਹਾਂਜੀ ਠੀਕ ਕਰਾਉਣਾ ਜੀ। ਸੋ ਡੈਮੋਗ੍ਰਾਫਿਕ ਡਿਵੀਡੈਂਡ ਹਿੰਦੁਸਤਾਨ ਦਾ is excellent, brilliant ਹੈ। ਦੇਸ਼ ਜਵਾਨ ਹੈ ਹਿੰਦੁਸਤਾਨ ਤੇ ਬਾਕੀ ਦੁਨੀਆ ਜਿਹੜੀ ਹੈ with the passage of time ਉਹ ਬਜ਼ੁਰਗ ਹੋ ਰਹੀ ਹੈ ਤੇ ਹਿੰਦੁਸਤਾਨ ਚ ਯੂਥ ਇੰਨਾ ਜ਼ਿਆਦਾ ਹੈ, ਡੈਮੋਗ੍ਰਾਫਿਕ ਡਿਵੀਡੈਂਡ ਇੰਨਾ ਜ਼ਿਆਦਾ ਹੈ ਕਿ ਅਸੀਂ with the passage of time we'll be the younger player। ਬਾਕੀ ਸਾਰੇ ਇੰਨੇ ਯੰਗ ਨਹੀਂ ਹੋਣਗੇ ਤੇ ਹੋ ਕੀ ਰਿਹਾ, ਇੰਨਾ ਵਧੀਆ ਡੈਮੋਗ੍ਰਾਫਿਕ ਡਿਵੀਡੈਂਡ ਹੋਣ ਦੇ ਬਾਵਜੂਦ, ਇੰਨਾ ਯੂਥ ਹੋਣ ਦੇ ਬਾਵਜੂਦ ਸਾਡਾ ਸਾਰਾ ਯੂਥ ਬਾਹਰ ਜਾ ਰਿਹਾ ਹੈ। ਸਾਡਾ ਯੂਥ ਤਾਂ ਜਾਈ ਜਾ ਰਿਹਾ ਹੈ। ਸਾਡਾ ਜਿਹੜਾ ਟੈਲੈਂਟ ਸੀਗਾ, ਜਿਹੜਾ ਸਾਡਾ ਬ੍ਰੇਨ ਸੀ, ਸਾਡਾ ਇੰਟੈਲੈਕਟ ਸੀਗਾ, ਉਹ ਸਾਰਾ ਬਾਹਰ ਚਲਾ ਜਾ ਰਿਹਾ ਬਿਕੋਜ਼ ਆਫ ਅਪੋਰਚੁਨਿਟੀਜ਼। ਹੁਣ ਧਾਲੀਵਾਲ ਸਾਹਿਬ, ਇੱਥੇ ਆਪਾਂ ਇੱਕ ਚੀਜ਼ ਦੇਖੀਏ ਕਿ ਗੂਗਲ ਦਾ CEO ਕੌਣ ਹੈ? ਸੁੰਦਰ ਪਿਚਾਈ ਹੈ। ਅਡੋਬ ਦਾ CEO ਕੌਣ ਹੈ? ਉਹ ਵੀ ਇੱਕ ਹਿੰਦੁਸਤਾਨੀ ਨੇ। ਸਟਾਰਬਕਸ ਦਾ CEO ਕੌਣ ਹੈ? ਉਹ ਵੀ ਇੱਕ ਹਿੰਦੁਸਤਾਨੀ ਨੇ।
ਤੇ ਹੋਰ ਜਿਹੜੇ ਮਤਲਬ ਵਧੀਆ ਤੋਂ ਵਧੀਆ ਸਟਾਰਟਅਪਸ ਹੈ, ਵਧੀਆ ਤੋਂ ਵਧੀਆ ਬਿਜ਼ਨਸ ਹੈ, ਇੰਡਸਟਰੀਜ਼ ਹੈ, ਉਹਦੇ CEOs, ਉਹਦੇ MDs, ਉਹਦੇ ਮਾਲਿਕ ਹਿੰਦੁਸਤਾਨੀ ਨੇ, ਤੇ ਉਹਦੇ ਬਾਵਜੂਦ ਉਹ ਹਿੰਦੁਸਤਾਨ 'ਚ ਨਹੀਂ ਰਹਿੰਦੇ ਆ, ਉਹ ਬਾਹਰ ਸੈਟਲ ਹੁੰਦੇ ਆ। ਤੇ ਇੱਥੋਂ ਕੀ ਝਲਕਦਾ ਕਿ ਹਿੰਦੁਸਤਾਨ ਨੂੰ ਖਾਮਿਆਜ਼ਾ ਭੁਗਤਣਾ ਪੈ ਰਿਹਾ, ਨਾਲੇ ਤਾਂ ਸਾਡਾ ਯੂਥ ਬਾਹਰ ਗਿਆ, ਨਾਲੇ ਸਾਡਾ ਟੈਲੈਂਟ ਬਾਹਰ ਗਿਆ। ਹੁਣ ਅੱਜ ਇਹ ਕਿਉਂ ਜਾ ਰਿਹਾ, ਉਹਦਾ ਕਾਰਨ ਸਮਝਣ ਦੀ ਲੋੜ ਹੈ ਧਾਲੀਵਾਲ ਸਾਹਿਬ। ਉਹਦਾ ਕਾਰਨ ਹੈ ਸੈਂਟਰ ਦੀ ਸਰਕਾਰ ਦਾ ਫੇਲੀਅਰ ਤੇ ਸਟੇਟ ਦੀ ਸਰਕਾਰ ਦਾ ਫੇਲੀਅਰ। ਅੱਜ ਮੈਂ ਕਿਉਂ ਕਹਿ ਰਿਹਾ ਆਮ ਆਦਮੀ ਪਾਰਟੀ ਨੂੰ ਕਿਉਂ ਕ੍ਰਿਟਿਸਾਈਜ਼ ਕਰ ਰਿਹਾ, ਕਿਉਂ ਇਹਨਾਂ ਦੀ ਨਿੰਦਾ ਕਰ ਰਿਹਾ, ਕਿਉਂਕਿ ਇਹਨਾਂ ਦੇ ਟਾਈਮ ਦੇ ਵਿੱਚ 2022 ਦੇ ਵਿੱਚ ਸਭ ਤੋਂ ਜ਼ਿਆਦਾ ਯੂਥ ਬਾਹਰ ਗਿਆ, 2,25,000 ਦੇ ਨੇੜੇ। ਤੇ ਜਦੋਂ ਇਹਨਾਂ ਅਹਿਮ ਮਸਲਾ ਹੋਵੇ ਤੇ ਇਹਨਾਂ ਨੂੰ ਦੱਸਣਾ ਚਾਹੀਦਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਉਂ ਫੇਲ ਹੋ ਰਹੀ ਹੈ ਆਪਣੀ ਜ਼ਿੰਮੇਵਾਰੀ ਨਿਭਾਉਣ ਦੇ ਵਿੱਚ, ਅਪੋਰਚੁਨਿਟੀ ਦੇਣ ਦੇ ਵਿੱਚ। ਤੇ ਉਵੇਂ ਹੀ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਆਪਣੀ ਜ਼ਿੰਮੇਵਾਰੀ ਨਿਭਾਉਣ ਦੇ ਵਿੱਚ ਫੇਲ ਹੋਈ ਹੈ। ਇੱਕ ਸਿੱਕੇ ਦੇ ਇਹ ਦੋ ਪਹਿਲੂ ਨੇ। ਤੇ ਮੈਂ ਦੱਸਦਾ ਹੁਣ ਕਿ ਇਸ਼ੂ ਕੀ ਹੈ। ਦੇਖੋ, ਯੂਥ ਜਿਹੜਾ ਹੈ, ਜਿਹੜੇ ਲੋਕ ਬਾਹਰ ਜਾ ਰਹੇ ਹੈ, ਉਹਨਾਂ ਨੂੰ ਲੱਗਦਾ ਕਿ ਬਾਹਰ ਸਾਨੂੰ ਅਪੋਰਚੁਨਿਟੀ ਜ਼ਿਆਦਾ ਮਿਲਣਗੀਆਂ ਐਸ ਕੰਪੇਅਰ ਟੂ ਇੰਡੀਆ। ਤੇ ਹੁਣ ਆਪਾਂ ਦੇਖ ਲਈਏ ਵੀ ਕੀ ਲੱਗਦਾ ਉਹਨਾਂ ਨੂੰ। ਇੱਕ ਤਾਂ ਉਹਨਾਂ ਨੂੰ ਲੱਗਦਾ ਕਿ ਲਾਅ ਐਂਡ ਆਰਡਰ ਜਿਹੜਾ ਹਿੰਦੁਸਤਾਨ ਦਾ ਹੈ, ਪੰਜਾਬ ਦਾ ਐਗਜ਼ਾਮਪਲ ਲੈ ਲੈਂਦੇ ਆਪਾਂ। ਪੰਜਾਬ ਦੇ ਵਿੱਚ ਤੁਸੀਂ ਲਾਅ ਐਂਡ ਆਰਡਰ ਦੇ ਹਾਲਾਤ ਦੇਖ ਲਓ। ਸੈਂਸਿਟਿਵ ਸਟੇਟ, ਬਾਰਡਰ ਸਟੇਟ ਹੋਣ ਦੇ ਬਾਵਜੂਦ ਇਹ ਸਰਕਾਰ ਜਦੋਂ ਦੀ ਆਈ ਹੈ, ਇੱਕ ਤੋਂ ਬਾਅਦ ਇੱਕ ਲਾਅ ਐਂਡ ਆਰਡਰ ਇਨਸੀਡੈਂਟ ਹੋਇਆ। ਚਾਹੇ ਉਹ ਬੇਅਦਬੀ ਕਾਂਡ ਹੋਣ ਜਿਹੜੇ ਵੱਖਰੇ ਵੱਖਰੇ ਜ਼ਿਲ੍ਹਿਆਂ 'ਚ ਹੋ ਗਏ, ਚਾਹੇ ਉਹ ਪਟਿਆਲਾ ਕਲੈਸ਼ ਹੋਵੇ, ਚਾਹੇ IIT ਬੰਬ ਦਾ ਮਿਲਣਾ ਹੋਵੇ, ਇੰਟੈਲੀਜੈਂਸ ਹੈਡਕੁਆਰਟਰਸ ਤੇ RPG ਫਾਇਰ ਹੋਣਾ ਹੋਵੇ, ਕਬੱਡੀ ਪਲੇਅਰਸ ਦਾ ਕਤਲ ਹੋਵੇ, ਸ਼ਿਵ ਸੈਨਾ ਲੀਡਰਸ ਦਾ ਕਤਲ ਹੋਵੇ, ਸਿੱਧੂ ਮੂਸੇਵਾਲੇ ਦਾ ਕਤਲ ਹੋਵੇ। ਜੇਲ੍ਹ ਦੇ ਵਿੱਚ ਬੈਠੇ ਬੰਦੇ ਵੀ ਸੇਫ ਨਹੀਂ ਮਹਿਸੂਸ ਕਰਦੇ। ਫਿਰ ਉਹ ਤੋਂ ਬਾਅਦ ਫਿਰੌਤੀ ਰੇਟ, ਜਿਹੜੇ ਬਿਜ਼ਨਸਮੈਨ ਨੇ ਉਹਨਾਂ ਨੂੰ ਫਿਰੌਤੀ ਲਈ ਕਾਲ ਆਉਂਦੀ ਹੈ। ਉਹਨਾਂ ਨੂੰ ਕਿਹਾ ਜਾਂਦਾ ਤੁਹਾਨੂੰ ਮਾਰ ਦਿੱਤਾ ਜਾਊਗਾ, ਤੁਹਾਡਾ ਬੱਚਾ ਕਿਡਨੈਪ ਕਰ ਲਿੱਤਾ ਜਾਊਗਾ ਜੇ ਤੁਸੀਂ ਨਹੀਂ ਸਾਡੀ ਡਿਮਾਂਡ ਨੂੰ ਪੂਰਾ ਕਰੋਗੇ। ਸਲਮਾਨ ਖਾਨ ਵਰਗੇ ਲੋਕਾਂ ਨੂੰ ਥ੍ਰੈਟਸ ਆ ਰਹੇ ਹੈ, ਹੋਰ ਲੋਕਾਂ ਨੂੰ ਥ੍ਰੈਟਸ ਆ ਰਹੇ ਹੈ, ਸਿੰਗਰਸ ਨੂੰ, ਹਨੀ ਸਿੰਘ ਜਿਹੜਾ ਹੈਗਾ। ਤੇ ਤੁਸੀਂ ਦੇਖੋ ਸੇਫਟੀ ਜਿਹੜੀ ਹੈ, ਸੇਫਟੀ ਪੱਖੋਂ ਵੀ ਬਹੁਤ ਲੋਕ ਪੰਜਾਬ ਨੂੰ ਤੇ ਦੇਸ਼ ਨੂੰ ਛੱਡ ਕੇ ਜਾ ਰਹੇ ਹੈ ਵੀ ਇੱਥੇ ਸੇਫਟੀ ਨਹੀਂ ਹੈਗੀ। ਤੇ ਕੁਝ ਲੋਕ ਤਾਂ ਧਾਲੀਵਾਲ ਸਾਹਿਬ ਇਹ ਵੀ ਕਹਿੰਦੇ ਆ ਕਿ ਜਿਨ੍ਹਾਂ ਦੇ ਪਰਚਾ ਹੋਣਾ ਚਾਹੀਦਾ, ਜਿਹੜੇ ਗਲਤ ਕੰਮ ਕਰਦੇ ਹੈ, ਜੁਰਮ ਦਾ ਰਸਤਾ ਅਪਣਾਉਂਦੇ ਹੈ, ਉਹਦਾ ਕੁਝ ਬਚ ਜਾਂਦੇ ਹੈ। ਜਿਹੜੇ ਵਿਚਾਰੇ ਭਲੇ ਮਾਨਸ ਇਨੋਸੈਂਟ ਲੋਕ ਹੁੰਦੇ, ਕੁਝ ਉਹ ਵੀ ਫਰੇਮ ਹੋ ਜਾਂਦੇ ਬਗੈਰ ਕੁਝ ਕੀਤੇ। ਸੋ ਇਹ ਚੀਜ਼ ਬਹੁਤ ਇੰਪੋਰਟੈਂਟ ਫੈਕਟਰ ਹੈ। ਇੱਥੇ ਨਸ਼ੇ ਦੀ ਪ੍ਰੋਬਲਮ ਹੈ। ਲੋਕਾਂ ਨੂੰ ਲੱਗਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਬਚਾ ਲਾਂਗੇ ਬਾਹਰ ਭੇਜ ਕੇ, ਇਹ ਵੀ ਉਹਨਾਂ ਨੂੰ ਕਾਰਨ ਲੱਗਦਾ। ਤੇ ਆਪਾਂ ਆંકੜੇ ਦੇਖੀਏ, NDPS ਰਿਲੇਟਡ ਕ੍ਰਾਈਮ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਹੋਇਆ। NCRB ਦਾ ਆંકੜਾ ਹੈ। ਇਹ ਸਰਕਾਰ ਕਹਿੰਦੀ ਸੀ 4 ਮਹੀਨਿਆਂ 'ਚ ਨਸ਼ਾ ਖਤਮ ਕਰ ਦਾਂਗੇ, ਖਤਮ ਹੋਣਾ ਤਾਂ ਦੂਰ ਦੀ ਗੱਲ, ਬਹੁਤ ਜ਼ਿਆਦਾ ਵੱਧ ਗਿਆ ਹੈ। ਤੇ ਤੀਜੀ ਗੱਲ ਤੁਸੀਂ ਦੇਖੋ, ਆਮ ਆਦਮੀ ਪਾਰਟੀ ਦੀ ਸਰਕਾਰ ਉਹ ਸਰਕਾਰ ਹੈ ਜਿਹਨੇ ਸਟੈਂਡ ਲੈ ਕੇ ਮਾਫੀਆਂ ਮੰਗੀਆਂ, ਤੇ ਅੱਜ ਉਹੀ ਸਰਕਾਰ ਬੁਲਾਰਾ ਵੀ ਨਹੀਂ ਭੇਜ ਰਹੀ ਹੈ। ਸੋ ਆਮ ਆਦਮੀ ਪਾਰਟੀ ਆਪਣੇ ਸਟੇਟ ਦੇ ਲੈਵਲ ਤੇ ਫੇਲ ਹੋਈ ਹੈ। ਹੁਣ ਅੱਜ ਇਹ ਭਾਰਤੀ ਜਨਤਾ ਪਾਰਟੀ ਤੇ BJP ਦੀ ਸਰਕਾਰ ਦੀ ਕੀ ਜ਼ਿੰਮੇਵਾਰੀ ਸੀ? ਕਹਿੰਦੇ 2 ਕਰੋੜ ਜੌਬਸ ਇੱਕ ਸਾਲ ਦੀਆਂ ਦੇਵਾਂਗੇ। 2 ਕਰੋੜ ਜੌਬਸ ਤਾਂ ਦਿੱਤੀਆਂ ਨਹੀਂ ਧਾਲੀਵਾਲ ਸਾਹਿਬ ਇਹਨਾਂ ਨੇ, ਲੇਕਿਨ 10-10 ਲੱਖ ਜੌਬਸ ਇੱਕ ਮਹੀਨੇ ਦੇ ਵਿੱਚ ਖੋਈਆਂ ਗਈਆਂ ਇਹਨਾਂ ਦੁਆਰਾ, ਇਹਨਾਂ ਦੀ ਮਿਸਮੈਨੇਜਮੈਂਟ ਕਰਕੇ। ਤੇ ਆਪਾਂ ਡਾਲਰ ਤੇ ਉਹਦੀ ਰੁਪਏ ਦੀ ਗੱਲ ਕਰ ਲਈਏ, ਜਿਹੜਾ ਅੱਜ ਰੁਪਏ ਦੀ ਵੈਲਿਊ ਹੈ ਕੰਪੇਅਰ ਟੂ ਡਾਲਰ, ਜੇ ਡਾਲਰ ਦਾ ਵੈਲਿਊ ਵੱਧ ਜਾਂਦੀ ਹੈ ਤੇ BJP ਦੀ ਸਰਕਾਰ ਕੀ ਕਹਿੰਦੀ ਹੈ ਕਿ ਰੁਪਇਆ ਨਹੀਂ ਕਮਜ਼ੋਰ ਹੋਇਆ, ਡਾਲਰ ਜ਼ਿਆਦਾ ਤਗੜਾ ਹੋ ਗਿਆ ਜੀ। ਸੋ ਇਹ ਜੇ ਤਰਕਾਂ ਕਰਕੇ, ਜੇ ਲੌਜਿਕਸ ਕਰਕੇ ਤਾਂ ਅੱਜ ਹਿੰਦੁਸਤਾਨ ਸਫਰ ਕਰ ਰਿਹਾ ਹੈ। ਤੀਜਾ ਤੁਸੀਂ ਦੇਖੋ ਨਾ, ਆਪਾਂ ਓਵਰਆਲ ਦੇਖ ਲਈਏ, ਬਾਵਜੂਦ ਇਹਦੇ ਲੋਕ ਦਿੱਲੀ 'ਚ ਮੁੜ BJP ਤੇ ਆਮ ਆਦਮੀ ਪਾਰਟੀ ਨੂੰ ਚੁਣ ਰਹੇ ਆ। ਤੁਸੀਂ ਹੁਣ ਸਾਰੀ ਸੂਈ ਜਿਹੜੀ ਆ ਉਹ ਇਹਨਾਂ ਪਾਰਟੀਆਂ ਦੇ ਧਰ ਲਈ ਕਾਂਗਰਸ ਦੀ ਕਿਤੇ ਕੋਈ ਜ਼ਿੰਮੇਵਾਰੀ ਨਹੀਂ ਰਹੀ ਹੋਊਗੀ। ਮੈਂ ਦੱਸਦਾ, ਹੁਣ ਆਪਾਂ ਆંકੜੇ ਦੇਖ ਲਈਏ। 2022 2,25,000, 21 ਚ 1,63,000, 20 ਚ 85,000, 19 ਚ 1,44, 18 ਚ 1,34, 17 ਚ 1,33। ਤੇ ਉਹ ਤੋਂ ਪਹਿਲਾਂ ਦੇਖ ਲਈਏ 1,41, 1,31, 1,29, 31, 21, 22। ਸੋ ਓਵਰਆਲ ਜੇ ਹੁਣ ਆਪਾਂ ਦੇਖੀਏ ਧਾਲੀਵਾਲ ਸਾਹਿਬ, ਨਹੀਂ ਉਹ ਜੀ ਆਬਾਦੀ ਵੀ ਵਧੀ ਹੋਊਗੀ ਨਾ। ਮੈਂ ਕਹਿੰਦਾ ਜੀ ਆਬਾਦੀ ਵਧੀ ਡਸ ਨਾਟ ਮੈਟਰ, ਕਿੰਨੀ ਕੁ ਵਧ ਗਈ ਹੋਊਗੀ ਇੱਕ ਸਾਲ ਦੇ ਵਿੱਚ। ਤੇ ਜੇ ਵਧੀ ਵੀ ਆਬਾਦੀ ਤਾਂ ਕੀ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਕਿ ਆંકੜਾ ਥੱਲੇ ਜਾਵੇ ਤੇ ਉੱਤੇ ਨਾ ਜਾਵੇ? ਆંકੜੇ ਤਾਂ ਉੱਤੇ ਜਾ ਰਹੇ ਹੈ। ਸੋ ਮੈਂ ਤਾਂ ਇੱਕ ਗੱਲ ਕਹੂੰਗਾ, ਜਦੋਂ ਸਰਕਾਰ ਬਣ ਗਈ ਤੇ ਤੁਹਾਡੇ ਮੋਢਿਆਂ ਤੇ ਜ਼ਿੰਮੇਵਾਰੀ ਹੈ ਸਟੇਟ ਨੂੰ ਚਲਾਉਣ ਦੀ ਤੇ ਦੇਸ਼ ਨੂੰ ਚਲਾਉਣ ਦੀ। ਆਮ ਆਦਮੀ ਪਾਰਟੀ ਤੇ BJP ਦੀ ਦੋਵੇਂ ਫੇਲ ਹੋਏ ਹੈ। ਲੋਕਾਂ ਨੂੰ ਲੱਗਦਾ ਉੱਥੇ ਬਿਹਤਰ ਐਜੂਕੇਸ਼ਨ ਹੈ, ਸਾਡਾ ਕਰੀਅਰ ਜ਼ਿਆਦਾ ਵਧੀਆ ਬਣੂਗਾ, ਅਸੀਂ ਪੈਸੇ ਜ਼ਿਆਦਾ ਕਮਾਵਾਂਗੇ ਥੋੜੇ ਟਾਈਮ ਦੇ ਵਿੱਚ, ਅਸੀਂ ਸੇਫ ਰਵਾਂਗੇ, ਨਸ਼ੇ ਤੋਂ ਬਚ ਜਾਾਂਗੇ, ਉੱਥੇ ਲਾਈਫ ਸਟਾਈਲ ਜ਼ਿਆਦਾ ਵਧੀਆ ਮਿਲੂਗਾ, ਉੱਥੇ ਅਸੀਂ ਟਰੈਵਲ ਕਰ ਸਕਾਂਗੇ, ਸਾਨੂੰ ਉੱਥੇ ਬੇਸਿਕਲੀ ਜਿਹੜਾ ਇੰਸ਼ੋਰੈਂਸ ਪੈਨਸ਼ਨ ਆ ਬਹੁਤ ਇੰਪੋਰਟੈਂਟ ਪੁਆਇੰਟ ਹੈ। ਲੋਕਾਂ ਨੂੰ ਕੀ ਲੱਗਦਾ ਹੈ ਕਿ ਇੱਥੇ ਤਾਂ ਪਤਾ ਨਹੀਂ ਪੈਨਸ਼ਨ ਆਊਗੀ ਨਹੀਂ ਆਊਗੀ,
ਇੱਥੇ ਪਤਾ ਨਹੀਂ ਇੰਸ਼ੋਰੈਂਸ ਵਾਲੇ ਪੈਸਾ ਦੇਣਗੇ ਨਹੀਂ ਦੇਣਗੇ, ਸਰਕਾਰ ਧਿਆਨ ਰੱਖੂਗੀ ਨਹੀਂ ਰੱਖੂਗੀ। ਉੱਥੇ ਐਕਸਪੈਕਟ ਕਰਦੇ ਆ ਵੀ ਸਾਡਾ ਧਿਆਨ ਰੱਖਿਆ ਜਾਊਗਾ, ਤਾਂ ਮਾਪਿਆਂ ਨੂੰ ਵੀ ਉੱਥੇ ਬੁਲਾ ਲੈਂਦੇ ਢਾਲੀਵਾਲ ਸਾਹਿਬ। ਤੇ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਲਾਸਟ ਪੁਆਇੰਟ ਹੈ, ਕੁਝ ਕਰਨਾ ਤਾਂ ਕੀ ਸੀਗਾ, ਇਹ ਗੱਲਾਂ ਕਰਨ ਲੱਗ ਜਾਣਗੇ ਜੀ ਪਹਿਲਾਂ ਆ ਹੋਇਆ ਜੀ ਇਹ ਸਰਕਾਰ ਵਾਲੇ। ਮੈਂ ਇੱਕ ਗੱਲ ਕਹੂੰਗਾ, ਪੁਰਾਣੀਆਂ ਗੱਲਾਂ ਕਰਕੇ ਚਾਹੀਦਾ ਸਮਾਧਾਨ ਮਿਲਦਾ ਤਾਂ ਕਰ ਲਓ, ਜੇ ਨਹੀਂ ਮਿਲਦਾ ਤਾਂ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਕੇ ਕੰਮ ਕਰਨ ਲੱਗ ਜਾਓ। ਠੀਕ ਹੈ ਅਮਨਜੋਤ ਜੀ, ਹਾਂਜੀ ਤੁਸੀਂ ਆਪਣੀ ਗੱਲ ਰੱਖ ਲਓ, ਫਿਰ ਮੈਂ ਰੁਪਾਲ ਸਾਹਿਬ ਤੋਂ ਸਵਾਲ ਲੈਣਾ। ਹਾਂਜੀ ਹਾਂਜੀ ਮੈਂ ਨਾ ਕਾਂਗਰਸ ਦੇ ਪ੍ਰਵਕਤਾ ਨਾਲ ਬਿਲਕੁਲ ਵੀ ਨਹੀਂ ਹੈ। ਇਹ ਕੋਈ ਅੱਜ ਲੋਕ ਨਹੀਂ ਜਾਣ ਲੱਗੇਗੇ, ਲੋਕ ਉਦੋਂ ਵੀ ਜਾ ਰਹੇ ਸੀ ਜਦੋਂ ਕਾਂਗਰਸ ਦੀਆਂ ਸਰਕਾਰਾਂ ਸਨ, ਉੱਪਰ ਵੀ ਤੇ ਥੱਲੇ ਵੀ। ਇਹ ਇੱਕ ਉਦੋਂ ਕੁੜੀਆਂ ਨਾਲ ਵੀ ਧੋਖਾ ਹੁੰਦਾ ਸੀ। ਅਸੀਂ ਐਵੇਂ ਸਰਕਾਰਾਂ ਤੇ ਮੜਨਾ ਤਾਂ ਮੜ ਦਈਏ, ਪਰ ਇਹ ਗੱਲ ਨਹੀਂ ਹੈ। ਔਰ ਮੈਂ ਇਹਨਾਂ ਨੂੰ ਦੱਸ ਦੇਵਾਂ, ਜਿਹੜੀਆਂ ਪੈਨਸ਼ਨਾਂ ਦੀ ਗੱਲ ਆ ਉੱਥੇ ਵੀ ਕੱਟ ਲੱਗੇ ਆ। ਔਰ ਉੱਥੇ ਹੁਣ ਪੇਰੈਂਟਸ ਨੂੰ, ਜਿਵੇਂ ਮੈਂ ਕੈਨੇਡਾ ਦੀ ਇਕੱਲੇ ਦੀ ਗੱਲ ਕਰਾਂ ਤਾਂ ਪੇਰੈਂਟਸ ਨੂੰ ਸਿਰਫ ਵੀਜ਼ਾ ਮਿਲਦਾ ਰਹਿਣ ਲਈ, ਉਹਨਾਂ ਨੂੰ ਇਮੀਗ੍ਰੇਸ਼ਨ ਨਹੀਂ ਮਿਲਣੀ। ਔਰ ਜੇ ਇੱਕ ਗੱਲ ਕਹੀਏ ਕਿ ਜਿਵੇਂ ਇਹਨਾਂ ਨੇ ਸਿਰਫ ਸਰਕਾਰਾਂ ਤੇ ਥੋਪਤਾ, ਮੈਨੂੰ ਨਹੀਂ ਲੱਗਦਾ ਕਿ ਇਹ ਗੱਲ ਸਰਕਾਰਾਂ ਦੇ ਇਕੱਲਿਆਂ ਦੇ ਥੋਪਣ ਨਾਲ ਹੋ ਜੂਗੀ। ਮੈਂ ਆਮ ਆਦਮੀ ਪਾਰਟੀ ਦੀ ਸਰਕਾਰ 1 ਸਾਲ ਹੋਏ ਪਹਿਲਾਂ ਆਈ ਆ, ਉਹਨਾਂ ਦਾ ਕੋਈ ਬਹੁਤਾ ਇਹਦੇ ਵਿੱਚ ਰੋਲ ਨਹੀਂ ਹੋਣਾ। ਪਹਿਲਾਂ ਤਾਂ ਕਾਂਗਰਸ ਦੀ ਸਰਕਾਰ ਹੀ ਸੀ, 5 ਸਾਲ ਪਹਿਲਾਂ ਵੀ ਤਾਂ ਬਥੇਰੇ ਧੜ ਲੋਕ ਜਾਂਦੇ ਸੀ, ਉਦੋਂ ਇਹਨਾਂ ਦਾ ਫੇਲੀਅਰ ਸੀਗਾ। ਔਰ ਇਹ ਦੇਸ਼ ਵਿੱਚ ਹੀ ਪਹਿਲਾਂ ਪੰਜਾਬ ਤੇ ਗੋਆ ਹੀ ਧੜ ਜਾਂਦਾ ਸੀ ਤੇ ਗੁਜਰਾਤ ਸੀ, ਪਰ ਇਹ ਦੇਸ਼ ਭਰ ਦੇ ਲੋਕ ਜਾਂਦੇ ਆ। ਮੈਂ ਤੁਹਾਨੂੰ ਦੱਸ ਦੇਵਾਂ ਕਿ ਜਿਨ੍ਹਾਂ ਲੋਕਾਂ ਦੇ ਬੱਚੇ ਆ ਜਿਹੜੇ ਉਹ ਨਸ਼ਾ ਕਰਦੇ ਆ, ਉਹ ਵੀ ਆਪਦੇ ਬੱਚਿਆਂ ਨੂੰ ਭੇਜ ਦਿੰਦੇ, ਸ਼ਾਇਦ ਵਿਦੇਸ਼ ਜਾ ਕੇ ਨਸ਼ਾ ਛੱਡ ਦੂਗਾ। ਪਰ ਮੈਂ ਉੱਥੋਂ 5 ਡੈਡ ਬੋਡੀਜ਼ ਮੰਗਾ ਚੁੱਕੀ ਹਾਂ, ਔਰ ਇੱਕ ਡੈਡ ਬੋਡੀ ਮੇਰੀ ਛੋਟੀ ਭੈਣ ਕੈਨੇਡਾ ਹੀ ਰਹਿੰਦੀ ਆ, ਉਹਨੇ ਯੂਪੀ ਦਾ ਮੁੰਡਾ ਸੀ ਤੇ ਨਸ਼ੇ ਨਾਲ ਮਰ ਗਿਆ ਸੀ, ਤੇ ਉਹਨੇ ਉਹਦਾ ਸੰਸਕਾਰ ਕੀਤਾ ਸੀ, ਆਪਦੇ ਪੱਲਿਓ ਪੈਸੇ ਲਾਏ, ਫਾਦਰ ਕੋਲ ਪੈਸੇ ਵੀ ਨਹੀਂ ਸੀ ਬਚੇ। ਅਸੀਂ ਇਹਨੂੰ ਬਹੁਤ ਬਰੀਕੀ ਨਾਲ ਮੈਂ ਦੇਖਿਆ, ਕਿਉਂਕਿ ਮੇਰਾ ਇਹ ਵਿਸ਼ਾ ਵੀ ਆ ਔਰ ਮੈਂ ਤੇ ਮੇਰਾ ਪਿਤਾ ਇਸ ਗੱਲ ਲਈ ਕੰਮ ਵੀ ਕਰਦੇ ਆ। ਮੈਂ ਸਮਝਦੀ ਹਾਂ ਕਿ ਜਿਵੇਂ ਟਰੈਵਲ ਏਜੰਟ ਆ, ਹੁਣ ਅੱਜ ਹੀ ਮੈਨੂੰ ਕਿਸੇ ਦਾ ਫੋਨ ਆਇਆ, 3 ਵਾਰ ਲੋਕਾਂ ਦੇ ਅਸੀਂ ਪੈਸੇ ਵਾਪਸ ਕਰਵਾਏ ਆ ਟਰੈਵਲ ਏਜੰਟਾਂ ਤੋਂ, ਫਿਰ ਵੀ ਫਸਾ ਲੈਂਦੇ ਆ। ਅੱਜ ਫਿਰ ਫੋਨ ਆਇਆ ਉਸੇ ਬੰਦੇ ਦਾ ਕਿ 6 ਲੱਖ ਪਹਿਲਾਂ ਵਾਪਸ ਕਰਾਇਆ ਸੀ, 2 ਲੱਖ ਫਿਰ ਫਸਾ ਲਿਆ, ਹੁਣ ਵਾਪਸ ਕਰਾਓ। ਇਹ ਲੋਕਾਂ ਦੀ ਇੱਕ ਆਦਤ ਬਣ ਗਈ ਆ। ਇਹਦੇ ਵਿੱਚ ਤੁਸੀਂ ਇਹ ਨਹੀਂ ਕਹਿ ਸਕਦੇ, ਸਰਕਾਰਾਂ ਨੂੰ ਦੋਸ਼ ਨਹੀਂ ਦੇ ਸਕਦੇ, ਇਹ ਇੱਕ ਸਮਾਜਿਕ ਸਮੱਸਿਆ ਹੈ, ਇਹਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਠੀਕ ਹੈ ਆਮ ਆਦਮੀ ਪਾਰਟੀ ਦਾ ਮੈਂ ਇੱਕ ਗੱਲ ਇੱਥੇ ਰੁਪਾਲ ਸਾਹਿਬ ਤੋਂ ਪੁੱਛਣੀ ਜ਼ਰੂਰੀ ਸਮਝੂਗਾ। ਹੋਰ ਦੇ ਦੋ, ਮੈਂ ਇੱਕ ਹੋਰ ਗੱਲ ਕਹਿ ਦੇਵਾਂ। ਦੇਖੋ ਕੱਲ ਮਿਸ਼ਰਾ ਟਰੈਵਲ ਏਜੰਟ, ਜਿਹੜਾ ਫਰਾਡ ਟਰੈਵਲ ਏਜੰਟ ਸੀਗਾ, ਉਹ ਕੈਨੇਡਾ ਦੇ ਵਿੱਚ ਅਰੈਸਟ ਹੋਇਆ। ਇਹ ਪਹਿਲੀ ਵਾਰ ਹੋਇਆ। ਇਹ ਭਾਰਤ ਸਰਕਾਰ ਨੂੰ ਇਸ ਗੱਲ ਦੀ ਵਧਾਈ ਆ, ਜਿਹਨੇ 700 ਬੱਚਿਆਂ ਨਾਲ ਧੋਖਾ ਕੀਤਾ ਸੀ। ਪਿੱਛੇ ਜੇ ਦੇਸ਼ ਭਰ ਦੇ 1200 ਬੱਚਿਆਂ ਨਾਲ ਧੋਖਾ ਹੋਇਆ ਸੀ। ਮੌਂਟਰੀਅਲ ਦੇ ਵਿੱਚ 3 ਯੂਨੀਵਰਸਿਟੀਆਂ ਨੇ ਕੀਤਾ, ਬੈਂਕਰਪਸੀ ਕੀਤੀ, 600 ਬੱਚਿਆਂ ਨੇ ਧਰਨਾ ਲਾਇਆ ਚੰਡੀਗੜ੍ਹ 'ਚ। ਮੈਂ ਤੇ ਮੇਰੇ ਪਿਤਾ ਉਸ ਧਰਨੇ 'ਚ ਵੀ ਬੈਠੇ ਉਹਨਾਂ ਦੇ ਹੱਕ 'ਚ। ਪਰ ਮੈਂ ਉਹਨਾਂ ਨੂੰ ਉਦੋਂ ਹੀ ਕਹਿ ਦਿੱਤਾ ਸੀ ਕਿ ਕੈਨੇਡਾ ਦੇ ਵਿੱਚ ਜਦੋਂ ਕਿਸੇ ਨੇ ਬੈਂਕਰਪਸੀ ਕਰਤੀ ਤੇ ਕਿਸੇ ਗਵਰਨਮੈਂਟ ਨੇ ਤੁਹਾਨੂੰ ਪੈਸੇ ਨਹੀਂ ਵਾਪਸ ਦੇਣੇ। ਇਹ ਕੈਨੇਡਾ ਦੀ ਗਵਰਨਮੈਂਟ ਦਾ ਲਾਅ ਆ ਕਿ ਜਦੋਂ ਕੋਈ ਬਿਜ਼ਨਸਮੈਨ ਬੈਂਕਰਪਸੀ ਡਿਕਲੇਅਰ ਕਰਦਾ ਤੇ ਉੱਤੇ ਕੋਈ ਕੇਸ ਨਹੀਂ ਹੁੰਦਾ, ਕਿਉਂਕਿ ਬੈਂਕ ਅਲੱਗ-ਅਲੱਗ ਆ। ਜੌਬਾਂ ਉੱਥੇ ਵੀ ਹੈ ਨਹੀਂ, ਜੌਬਾਂ ਇੱਥੇ ਵੀ ਹੈ ਨਹੀਂ। ਜਾਂ ਇੱਕ ਮੈਂ ਹੋਰ ਗੱਲ ਕਹਿਣਾ ਚਾਹੁੰਦੀ ਹਾਂ ਨਵਜੋਤ ਜੀ, ਕਿ ਜਿਹੜੇ ਲੋਕ ਮਾਈਗ੍ਰੈਂਟ ਹੁੰਦੇ ਆ, ਵਿਦੇਸ਼ਾਂ 'ਚ ਜਾਂਦੇ ਆ, ਉਹਨਾਂ ਦੀ 2 ਪੀੜ੍ਹੀਆਂ ਤੱਕ ਉਹ ਆਪਦੇ ਇਤਿਹਾਸ ਨੂੰ, ਆਪਦੇ ਧਰਮ ਨੂੰ ਤੇ ਆਪਦੇ ਕਲਚਰ ਨੂੰ ਸੰਭਾਲਦੇ ਆ। ਤੀਜੀ ਪੀੜ੍ਹੀ ਮਾਰਜਨ ਹੋ ਜਾਂਦੀ ਆ ਔਰ ਉੱਥੋਂ ਅਸੀਂ ਖਤਮ ਹੋਣਾ ਸ਼ੁਰੂ ਹੋ ਜਾਂਦੇ ਆ। ਜਿਹੜੇ ਪੰਜਾਬੀ ਸਾਥੋਂ ਪਹਿਲਾਂ ਦੇ ਗਏ 100 ਸਾਲ ਪਹਿਲਾਂ, ਨਾ ਤਾਂ ਉਹਨਾਂ ਦੇ ਬੱਚਿਆਂ ਨੂੰ ਪੰਜਾਬੀ ਬੋਲਣੀ ਆਉਂਦੀ ਹੈ, ਨਾ ਉਹਨਾਂ ਕੋਈ ਕਲਚਰ ਹੈ। ਇਹਦੀ ਬਹੁਤ ਵੱਡੀ ਉਦਾਹਰਨ ਹੈ ਕਿ ਵੈਸਟ ਇੰਡੀਜ਼ ਨੂੰ ਲੈ ਲਓ। ਜਿਹੜੇ ਵੈਸਟ ਇੰਡੀਜ਼ ਲੋਕ ਗਏ ਸਨ, ਉਹ ਸ਼ਾਇਦ ਕਿਤੇ ਨਾ ਕਿਤੇ ਹਨੂਮਾਨ ਤੇ ਜੀਸਸ ਦੀ ਇਕੱਠੀ ਪੂਜਾ ਕਰਦੇ ਆ, ਪਰ ਉਹ ਆਪਦਾ ਕਲਚਰ ਭੁੱਲ ਗਏ ਆ। ਇਹ ਗੱਲਾਂ ਬਹੁਤ ਭਿਆਨਕ ਹੈਗੀਆਂ ਜਿਸ ਹਿਸਾਬ ਨਾਲ ਅਸੀਂ ਦੇਸ਼ ਛੱਡ ਕੇ ਭੱਜ ਰਹੇ ਹਾਂ। ਬਿਲਕੁਲ, ਇਹ ਤਾਂ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਇਹ ਬਾਹਰ ਜਾਣ ਤੋਂ ਬਾਅਦ ਜਿਹੜੇ ਪੈਣ ਵਾਲੇ ਪ੍ਰਭਾਵ ਹੈ ਉਹਨਾਂ ਦੀ ਗੱਲ ਹੈਗੀ ਆ। ਪਰ ਮੈਂ ਇਹ ਗੱਲ ਅੱਜ ਸਮਝਣੀ ਤੇ ਡਿਸਕਸ ਕਰ ਰਿਹਾ ਹਾਂ ਇਸ ਚਰਚਾ ਦੇ ਤਹਿਤ ਵੀ ਲੋਕਾਂ ਨੂੰ ਆਪਣੀ ਜੰਮਣ ਭਾਉ ਕਿਉਂ ਛੱਡਣੀ ਪੈਂਦੀ ਹੈ, ਧਰਤੀ ਤੋਂ ਮੋਹ ਕਿਉਂ ਉਹਨਾਂ ਦਾ ਟੁੱਟਦਾ ਜਾ ਰਿਹਾ ਹੈ, ਉਹ ਆਪਣੀ ਇਸ ਧਰਤ ਤੋਂ ਮੁਨਕਰ ਕਿਉਂ ਹੋ ਰਹੇ ਇੱਥੋਂ ਦੇ ਜੰਮੇ ਜਾਏ।
ਰੁਪਾਲ ਸਾਹਿਬ, ਕਿਤੇ ਇਹ ਵੀ ਕਾਰਨ ਨੇ ਜਾਂ ਇਹਨਾਂ ਤੋਂ ਵੱਧ ਕੇ ਹੋਰ ਵੀ ਹੋਣਗੇ ਕਿ ਜਦੋਂ ਗਰੀਬੀ ਹਟਾਓ ਦਾ ਨਾਅਰਾ ਦਿੱਤਾ ਗਿਆ ਹੋਵੇ ਤੇ ਗਰੀਬੀ ਨਾ ਹਟੀ ਹੋਵੇ, ਜਦੋਂ ਕਿਸਾਨ ਦੀ ਆਮਦਨੀ ਦੁੱਗਣੀ ਕਰਨ ਦੀ ਗੱਲ ਕਹੀ ਹੋਵੇ ਤੇ ਕਿਸਾਨ ਦੀ ਆਮਦਨ ਦੁੱਗਣੀ ਨਾ ਹੋਵੇ, ਗਲ 'ਚ ਰੱਸੇ ਪੈ ਜਾਣ, ਜਦੋਂ ਨੌਜਵਾਨ ਨੂੰ ਨੌਕਰੀ ਦਾ ਵਾਅਦਾ ਕੀਤਾ ਹੋਵੇ ਤੇ ਉਹ ਲੱਗੇ ਹੋਏ ਵੀ ਬੇਰੁਜ਼ਗਾਰ ਹੋ ਜਾਣ, ਤੇ ਕਿਸਾਨ ਜਿਹਨੂੰ ਕਿਹਾ ਗਿਆ ਹੋਵੇ ਕਿ ਤੇਰੇ ਖੇਤਾਂ 'ਚ ਤਾਂ ਸੋਨਾ ਉਗਦਾ, ਵਾਕਈ ਉਗਦਾ, ਪਰ ਉਹਦੇ ਪੱਲੇ ਸਿਰਫ ਧੱਕੇ ਧੌਲੇ ਤੇ ਧੱਫੇ ਹੀ ਆਉਂਦੇ ਆ। ਜੇ ਜਿਹੜਾ ਬਾਹਰ ਬੈਠਾ ਜਿਹੜਾ ਵਪਾਰੀ ਹੈ ਜਿਹਦੀ ਗੋਦ ਦੇ ਵਿੱਚ ਬਹਿ ਕੇ ਸਰਕਾਰਾਂ ਚੱਲਦੀਆਂ ਨੇ, ਤੇ ਉਹ ਸ਼ਾਇਦ ਜਦੋਂ ਇਹਨਾਂ ਨੂੰ 2 ਦੂਣੀ 4 ਦੂਣੀ 8 ਦੂਣੀ 16 ਨਾਲ ਮੁਨਾਫਾ ਕਰਕੇ ਬਿਨਾਂ ਕੁਝ ਬੀਜੇ ਬਿਨਾਂ ਕੁਝ ਬੋਏ ਸਾਰਾ ਕੁਝ ਲੈ ਜਾਂਦੀਆਂ ਨੇ। ਇਹ ਨਿਰਾਸ਼ਾ ਦੇ ਆਲਮ 'ਚੋਂ ਹੀ ਬਾਅਦ ਫਿਰ ਬੰਦਾ ਪ੍ਰਵਾਸ ਕਰਨ ਬਾਰੇ ਸੋਚਦਾ। ਰੁਪਾਲ ਸਾਹਿਬ। ਹਾਂਜੀ ਨਵਜੋਤ ਜੀ, ਦੇਖੋ ਇਹਦੇ ਚ ਇੱਕ ਗੱਲ ਤਾਂ ਜੋ ਹੁਣ ਤੱਕ ਜੋ ਮੈਂ ਜਿੰਨਾ ਸੁਣ ਸਕਿਆ ਜੋ ਬੋਲ ਰਹੇ ਨੇ, ਜਿੱਦਾਂ ਖੜਿਆਲ ਸਾਹਿਬ ਨੇ ਕਿਹਾ ਜਾਂ ਬੀਬਾ ਜੀ ਨੇ ਕਿਹਾ, ਤੇ ਠੀਕ ਹੈ, ਇਹ ਸਮੱਸਿਆ ਨੂੰ ਸਾਰੇ ਮਾਮਲਿਆਂ ਨਾਲੋਂ ਤੋੜ ਕੇ ਨਹੀਂ ਦੇਖਿਆ ਜਾ ਸਕਦਾ, ਨਾ ਸੋਸ਼ੋਲੋਜੀ ਸਮਾਜਿਕ ਸਮੱਸਿਆ ਨਾਲੋਂ, ਨਾ ਆਰਥਿਕ ਸਮੱਸਿਆ ਨਾਲੋਂ, ਤੇ ਨਾ ਹੀ ਜਿਹੜੀ ਤੁਹਾਡੀ ਜਿਹੜੀ ਇੱਕ ਸੋਸ਼ੋ ਕਲਚਰਲ ਜਿਹੜੀ ਸਮੱਸਿਆ ਸਭ ਤੋਂ ਵੱਡੀ, ਜਿਹੜੇ ਸਾਡੇ ਗੀਤਾਂ ਵਾਲਿਆਂ ਨੇ, ਸਾਡੇ ਗੀਤਕਾਰਾਂ ਨੇ, ਸਾਡੇ ਗਾਉਣ ਵਾਲਿਆਂ ਨੇ ਇਹ ਕਰਤਾ ਵੀ ਆਹ ਚਾਹੀਦਾ ਹੈ, ਆਹ ਸਟੈਂਡਰਡ ਹੈ, ਸਾਡੇ ਘਰਾਂ 'ਚ ਆਹ ਕਰਨਾ ਚਾਹੀਦਾ, ਉਹਨੇ ਵੀ ਇੱਕ ਲਾਲਸਾ ਵਧਾਈ ਹੈ ਵੀ, ਕਿਉਂਕਿ ਜ਼ਿਮੀਂਦਾਰ ਕੋਲ ਆਪਾਂ ਨੂੰ ਪਤਾ ਕਿ ਖੇਤੀ ਦਾ ਧੰਦਾ, ਜਿਹਦੇ ਕੋਲ ਵੱਡੀਆਂ ਲੈਂਡ ਹੋਲਡਿੰਗਸ ਨੇ ਉਹਨਾਂ ਨੂੰ ਖੇਤੀ ਘਾਟੇ ਦਾ ਧੰਦਾ ਹੈ, ਜੋ ਕੁਝ ਬਚਦਾ ਨਹੀਂ ਹੈ। ਜਿਹੜੇ ਪਰਿਵਾਰ ਦਾ ਕੋਈ ਮੁਲਾਜ਼ਮ ਨਹੀਂ ਹੈ ਜਾਂ ਹੋਰ ਹੈ, ਉਹ ਉਸ ਪਰਿਵਾਰ ਦਾ ਭਾਵੇਂ ਕਿੱਡੀ ਵੱਡੀ ਲੈਂਡ ਹੋਲਡਿੰਗ ਹੈ, ਉਹ ਠੂਠੇ ਨਾਲ ਕਨਾਲਾ ਹੀ ਵੱਜਦਾ। ਫਿਰ ਉਹਨਾਂ ਨੂੰ ਲੱਗਦਾ ਕਿ ਬਾਹਰ ਜਾਇਆ ਜਾਵੇ, ਇੱਕ ਵਾਰੀ ਪੈਸੇ ਲਾ ਦਿੱਤੇ ਜਾਣ ਤੇ ਉੱਥੋਂ ਫਿਰ ਜਿਹੜੇ ਡਾਲਰ, ਜਿੱਦਾਂ ਪਹਿਲਾਂ ਗੱਲਾਂ ਚੱਲੀਆਂ ਨੇ ਕਿ ਕਮਾ ਕੇ ਜੋ ਡਾਲਰ ਰੁਪਈਆਂ 'ਚ ਕਨਵਰਟ ਹੁੰਦੇ ਨੇ, ਤੇ ਇੱਕ ਵੱਡੀ ਸਾਰੀ ਕੋਠੀ ਆ ਕੇ ਕਿਤੇ ਪਿੰਡ 'ਚ ਪਾ ਲੈਂਦੇ ਨੇ, ਤੇ ਬਾਕੀ ਦੇਖ ਕੇ ਫਿਰ ਦੂਜਿਆਂ ਦੇ ਨਿਆਣੇ ਵੀ ਉਧਰ ਨੂੰ ਭੱਜਦੇ ਨੇ। ਤੇ ਦੂਜੀ ਗੱਲ ਜਿਹੜੀ ਤੁਸੀਂ ਨਵਜੋਤ ਜੀ ਕੀਤੀ ਹੈ, ਮੈਂ ਸਮਝਦਾ ਕਿ ਇਹ ਜਿਹੜੀ ਹੈ ਬਹੁਤ ਮਹੱਤਵਪੂਰਨ ਹੈ ਕਿ ਤੁਸੀਂ ਆਪਣੇ ਜਿੰਨੀਆਂ ਹੁਣ ਤੱਕ ਸਰਕਾਰਾਂ ਚੁਣੀਆਂ ਨੇ, ਮੈਂ ਕਿਸੇ ਇੱਕ ਬੀਜੇਪੀ, ਇੱਕ ਕਾਂਗਰਸ, ਕਿਸੇ ਹੋਰ ਤੀਜੇ ਫਰੰਟ ਦੀ ਗੱਲ ਨਹੀਂ ਕਰਦਾ, ਸਹੀ ਉਹ ਸਾਡੇ ਜੋ ਨੇਤਾ ਜਾਂ ਹੋਰ ਹੈ ਉਹ ਬਿਲਕੁਲ ਪਿੱਛੇ ਝਾਕਣ ਹੈਗਾ, ਉਹ ਭੁੱਲ ਜਾਂਦੇ ਨੇ। ਮੈਨੂੰ ਪਾਸ਼ ਦੀਆਂ ਲਾਈਨਾਂ ਕਈ ਵਾਰੀ ਬੜੀਆਂ ਯਾਦ ਆਉਂਦੀਆਂ ਨੇ, ਤੇ ਉਹ ਕਹਿੰਦੇ ਨੇ ਵੀ ਜਦੋਂ ਨਵੀਂ ਚੋਣ ਹੋਈ ਤੇ ਉਹਨਾਂ ਨੇ ਇੱਕ ਸੀ ਨਾ 5 ਸਾਲੀ ਪਰਤਣਗੇ, ਮਤਲਬ ਕਿ ਜਦੋਂ ਤੁਹਾਡਾ ਸਾਡੀਆਂ ਸਾਰੀਆਂ ਸਿਆਸੀ ਪਾਰਟੀਆਂ ਦਾ ਇਹ ਹਾਲ ਹੋਵੇ, ਭਾਵੇਂ ਜਿੰਨੇ ਮਤੇ ਰਾਮੂ ਵਾਲੀਆ ਕਰੀ ਜਾਣ, ਬਲਵੰਤ ਰਾਮੂ ਵਾਲੀਆ ਜੀ ਕਰੀ ਜਾਣ ਜਾਂ ਹੋਰ ਹੈ, ਠੀਕ ਹੈ, ਸਾਰੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ, ਕੋਈ 100 'ਚ ਇੱਕ ਹੋ ਸਕਦਾ ਹੈ ਜਿਹੜਾ ਦੁੱਖ ਦਰਦ ਦੇ ਨਾਲ ਖੜਦਾ ਹੈ। ਬਾਕੀ ਇਹ ਹੈ ਕਿ ਸਾਰਿਆਂ ਨੇ ਹੀ ਜਿਹੜਾ ਹੈ ਉਹ ਮੁੜ ਕੇ ਨਾ ਮਜ਼ਦੂਰ ਦੀ ਸਾਰ ਲਈ, ਨਾ ਕਿਸਾਨ ਦੀ ਸਾਰ ਲਈ, ਜਿੱਥੇ ਉਹ ਲੈ ਸਕਦੇ ਸੀ ਉੱਥੇ ਵੀ ਨਹੀਂ ਜਿਹੜੀ ਹੈ ਗੱਲ ਕਰੀ, ਨਾ ਖੇਤੀ ਨੂੰ। ਹੁਣ ਤੱਕ ਦੇਖੋ, ਹੁਣ ਜਿਹੜੀ ਮੌਜੂਦਾ ਸਰਕਾਰ ਹੈ, ਭਾਵੇਂ ਇੱਥੋਂ ਦੀ ਪੰਜਾਬ ਦੀ ਸਰਕਾਰ ਹੈ, ਭਾਵੇਂ ਹਰਿਆਣੇ ਦੀ ਬੀਜੇਪੀ ਦੀ ਸਰਕਾਰ ਹੈ, ਭਾਵੇਂ ਸੈਂਟਰ ਦੀ ਬੀਜੇਪੀ ਦੀ ਸਰਕਾਰ ਹੈ, ਉਹ ਦਾਅਵੇ ਹਰ ਵਾਰ ਇਹ ਕਰਦੀਆਂ ਨੇ ਕਿ ਅਸੀਂ ਆਹ ਕਰਾਂਗੇ ਜੀ, ਅਸੀਂ ਇੰਨਾ ਦੇਖੋ MSP ਵਧਾਤਾ ਜੀ, ਅਸੀਂ 50% ਜਿਹੜਾ ਲਾਗਤ ਦੇ ਉੱਪਰ ਜਿਹੜਾ ਹੈ ਵਾਧੂ ਦੇਤਾ ਜੀ, ਪਰ ਉਹਨਾਂ ਦੇ ਮਿਲਣ ਦਾ ਗਿਣ ਦਾ ਤਰੀਕਾ ਉਹ ਤਾਂ ਵਿਰੋਧੀ ਹੈ ਨਾ। ਹੁਣ ਵੀ ਨਾ ਤਾਂ ਮੋਦੀ ਨੇ ਆਪ ਜਾ ਕੇ ਕਦੇ ਖੇਤ 'ਚ ਦੇਖਿਆ ਵੀ ਕਿੰਨੇ ਦੀ ਰੇਹ ਪੈਂਦੀ ਹੈ, ਕਿੰਨੇ ਦਾ ਪੈਂਦਾ, ਕਿੰਨੇ ਦਾ ਬੀਜ ਪੈਂਦਾ, ਕੀ ਲੱਗਦਾ, ਤੇ ਨਾ ਉਸ ਤੋਂ ਪਹਿਲਾਂ ਕਦੇ ਡਾਕਟਰ ਮਨਮੋਹਨ ਸਿੰਘ ਨੇ ਦੇਖਿਆ ਸੀ, ਤੇ ਨਾ ਹੀ ਕਦੇ ਮਨੋਹਰ ਲਾਲ ਖੱਟਰ ਨੇ ਦੇਖਿਆ, ਨਾ ਜਿਹੜੇ ਭਗਵਾਨ ਨੂੰ ਨਹੀਂ ਪਤਾ ਵੀ ਉਹ ਕਿੰਨਾ ਕੁ ਖੇਤੀ ਨਾਲ ਜੁੜਿਆ ਹੋਇਆ ਜਾਂ ਹੋਰ, ਕਿਉਂਕਿ ਮੈਂ ਤਾਂ ਉਹਨੂੰ ਐਜ ਮਤਲਬ ਕਿ ਇੱਕ ਕਮੇਡੀਅਨ ਦੇ ਤੌਰ ਤੇ ਜਾਣਦਾ ਜਾਂ ਜਿੰਨਾ ਹੁਣ ਤੱਕ ਜਾਣਿਆ। ਸੋ ਜਿੰਨਾ ਚਿਰ ਜਿਹੜੀਆਂ ਸਾਡੀਆਂ ਇਹ ਪੋਲੀਟੀਕਲ ਪਾਰਟੀਆਂ ਨੇ, ਜੋ ਲੋਕਾਂ ਜਿਨ੍ਹਾਂ ਨੂੰ ਚੁਣ ਕੇ ਭੇਜਦੇ ਆ, ਉਹ ਇੱਧਰ ਨੂੰ ਨਹੀਂ ਵੇਖਣਗੀਆਂ। ਇਹ ਗੱਲ ਬਿਲਕੁਲ ਮੈਂ ਸਮਝਦਾ ਕਿ 16 ਨੇ ਸਹੀ ਹੈ ਜਿਹੜੀ ਤੁਸੀਂ ਕਹਿੰਦੇ ਹੋ ਕਿ ਜਦੋਂ ਗਰੀਬੀ ਹਟਾਓ ਦਾ ਨਾਰਾ ਇੰਦਰਾ ਗਾਂਧੀ ਨੇ ਦਿੱਤਾ, ਗਰੀਬੀ ਤਾਂ ਹਟੀ ਨਹੀਂ, ਵਧੀ ਗਈ ਹੈ। ਹੁਣ ਵੀ ਜਿਹੜੀ ਮੌਜੂਦਾ ਕੇਂਦਰ ਦੀ ਸਰਕਾਰ ਹੈ, ਬੀਬੀ ਰਾਮੂ ਵਾਲੀਆ ਜੀ ਬੈਠੇ ਨੇ, ਉਹ ਬੀਜੇਪੀ ਦੇ ਜਿਹੜੇ ਲੀਡਰ ਨੇ, ਇੱਕ ਪਾਸੇ ਸਾਡੇ ਪ੍ਰਧਾਨ ਮੰਤਰੀ ਜਾਂ ਦੂਜੇ ਮੰਤਰੀ ਪਿੱਛੇ ਆ ਕੇ ਕਹਿੰਦੇ ਨੇ ਕਿ ਅਸੀਂ ਤਾਂ ਜੀ ਬੜਾ ਵੱਡੀ ਕਰ ਗਿਆ ਦੇਸ਼, ਤੇ ਦੂਜੇ ਪਾਸੇ ਉਹ ਕਹਿੰਦੇ ਨੇ ਸਾਡੇ 80 ਕਰੋੜ ਲੋਕਾਂ ਨੂੰ ਅਸੀਂ ਮੁਫਤ ਆਟਾ ਦਾਲ ਦੇ ਰਹੇ ਹਾਂ। ਜਿਹੜੇ ਦੇਸ਼ ਦੇ ਵਿੱਚ 80 ਕਰੋੜ ਲੋਕਾਂ ਨੂੰ ਮੁਫਤ ਆਟਾ ਦਾਲ ਦੇ ਰਹੇ, ਕਿਉਂ ਕਿੰਨੀ ਗਰੀਬੀ ਹਟੀ ਹੈ, ਇਹ ਆਪਾਂ ਸਮਝ ਸਕਦੇ ਇਸ ਗੱਲ ਨੂੰ। ਪਰ ਮੈਂ ਇਸ ਬਾਰੇ ਪਾਸੇ ਜਾਣਾ ਨਹੀਂ ਚਾਹੁੰਦਾ, ਕਿਉਂਕਿ ਖੜਿਆਲ ਸਾਹਿਬ ਨੇ ਕਾਫੀ ਗੱਲ ਕਰ ਲਈ ਹੈ, ਫਿਰ ਇਹ ਕਿਉਂਕਿ ਪੋਲੀਟੀਕਲ ਦੂਸ਼ਣਬਾਜ਼ੀਆਂ ਹੋਰ ਸ਼ੁਰੂ ਹੋ ਜਾਂਦੀਆਂ ਨੇ। ਗੱਲ ਮੁੱਦਾ ਅਸਲ ਦੇ ਵਿੱਚ ਬੀਬੀ ਰਾਮੂ ਵਾਲੀਆ ਨੇ ਸਹੀ ਕਿਹਾ, ਇਹ ਸੋਸ਼ਲ ਪ੍ਰੋਬਲਮ ਹੈ, ਇਕਨੋਮਿਕ ਪ੍ਰੋਬਲਮ ਹੈ, ਸੋਸ਼ਲ ਕਲਚਰਲ ਪ੍ਰੋਬਲਮ ਹੈ। ਇਹ ਸਾਰੀਆਂ ਸਮੱਸਿਆਵਾਂ ਨੇ ਜਿਸ ਕਰਕੇ ਸਾਡਾ ਨੌਜਵਾਨ ਦੇਖੋ, ਪੰਜਾਬ ਦਾ ਜਿਹੜਾ ਸ਼ੁਰੂ 'ਚ ਪੰਜਾਬ ਦਾ ਜਿਹੜਾ ਪਰ ਕੈਪੀਟਲ ਇਨਕਮ ਵੱਧ ਰਹੀ ਹੈ,
ਪਿਛਲੇ 10 ਸਾਲਾਂ ਤੱਕ। ਤੇ ਜਿਹੜੇ ਸੂਬੇ ਦੀ ਪਰ ਕੈਪੀਟਾ ਇਨਕਮ ਪੂਰੇ ਦੇਸ਼ ਦੇ ਉੱਤੋਂ ਵੱਧ ਹੋਵੇ, ਉਸ ਸੂਬੇ ਦਾ ਉਦੋਂ ਬਾਅਦ ਇਹ ਹਾਲ ਹੋ ਜੇ। ਤੇ ਬੱਚਿਆਂ ਵਾਸਤੇ ਅਸੀਂ ਜਿਹੜੇ ਸਾਡੇ ਗੀਤ ਨੇ, ਸਾਡੇ ਗੀਤਕਾਰ ਨੇ ਕੀ ਮਾਡਲ ਲਿਆ ਰਹੇ ਨੇ। ਕਿੱਥੇ ਅਸੀਂ ਆਪਾਂ ਬਾਬੇ ਫਰੀਦ ਦੀ ਗੱਲ ਮਿੱਸੀ ਦੀ ਕਰਦੇ ਸੀ, ਕਿੱਥੋਂ ਕਹਿੰਦੇ ਵੀ ਤੁਹਾਡੇ ਕੋਲ ਘੱਟੋ ਘੱਟ ਆਹ ਗੱਡੀ ਹੋਣੀ ਚਾਹੀਦੀ, ਜਿਹਦੇ ਕੋਲ 2 ਏਕੜ ਜ਼ਮੀਨ ਹੈ ਉਹ ਗਹਿਣੇ ਬੈ ਕਰਕੇ ਜਵਾਕ ਨੂੰ ਬਾਹਰ ਭੇਜਣ ਦਾ ਰਿਸਕ ਤਾਂ ਲੈ ਲੂਗਾ, ਪਰ ਉਹ 2 ਏਕੜ ਚੋਂ ਕਮਾਈ ਨਹੀਂ ਨਾ ਕਰ ਸਕਦਾ। ਸੋ ਇਹ ਜਿਹੜੀਆਂ ਇਦਾਂ ਦੀਆਂ ਸਮੱਸਿਆਵਾਂ ਨੇ, ਇਹ ਸਿਰਫ ਠੀਕ ਹੈ, ਤੁਸੀਂ ਬਹੁਤ ਚੰਗਾ ਕੀਤਾ ਇਹਦੇ ਤੇ ਤੁਸੀਂ ਡਿਬੇਟ ਸ਼ੁਰੂ ਕੀਤੀ ਹੈ, ਤੇ ਪਰ ਇਹ ਹੈ ਵੀ ਇਹਦੇ ਤੇ ਸਾਰਿਆਂ ਨੂੰ ਰਲ ਕੇ ਜਿਹੜੀ ਗੱਲ ਕਰਨੀ ਪਊ। ਪਰ ਮੈਂ ਸਮਝਦਾ ਕਿ ਪੋਲੀਟੀਕਲ ਪਾਰਟੀਆਂ ਦੀ ਵੱਡੀ ਜ਼ਿੰਮੇਵਾਰੀ ਹੈ ਇਸ ਦੀ, ਬਜਾਏ ਕਿ ਅਸੀਂ ਇੱਕ ਦੂਜੇ ਨੂੰ ਦੋਸ਼ ਦੇ ਜਾਈਏ। ਤੁਸੀਂ ਜਦੋਂ ਤੁਸੀਂ ਸੱਤਾ ਦੇ ਵਿੱਚ ਬੈਠੇ ਹੋ ਜਾਂ ਤੁਸੀਂ ਉਦੋਂ ਤੁਸੀਂ ਕੀ ਕੀਤਾ, ਤੁਸੀਂ ਕੀ ਕਰਦੇ ਹੋ, ਤੇ ਉਹ ਉਹਨਾਂ ਲਈ ਸਿਰਫ ਇਹ ਨਹੀਂ ਗਾ ਕਿ ਤੁਸੀਂ ਕਿਸੇ ਦੇ ਪੈਸੇ ਮੜਵਾਤੇ। ਜੇ ਤੁਸੀਂ ਕਿਸੇ ਦੇ ਪੈਸੇ ਮੜਵਾਤੇ, ਕੀ ਉਹ ਪ੍ਰਵਾਸ ਬੰਦ ਹੋ ਗਿਆ? ਮਸਲੇ ਇਹ ਹੈ, ਮਸਲੇ ਇਹ ਨਹੀਂ, ਮਸਲੇ ਇਹ ਕਿ ਤੁਸੀਂ ਇੱਥੇ ਕੀ ਉਹਨਾਂ ਵਾਸਤੇ ਇਨਫਰਾਸਟ੍ਰਕਚਰ ਬਣਾ ਕੇ ਦਿੱਤਾ ਕਿ ਉਹਨਾਂ ਨੂੰ ਇਹ ਨੌਬਤੀ ਨਾ ਆਵੇ ਬਾਹਰ ਜਾਣ ਦੀ। ਪੰਜਾਬ ਦਾ ਤਾਂ ਹਾਲ ਤੇ ਹੈ ਵੀ ਹੁਣ ਤੱਕ ਪੰਜਾਬ ਦੇ ਵਿੱਚ ਇੱਥੇ ਕਾਂਗਰਸੀ ਸਰਕਾਰ ਵੀ ਰਹੀ ਪਿਛਲੇ 5 ਸਾਲ, ਉਦੋਂ ਪਹਿਲਾਂ 10 ਸਾਲ ਅਕਾਲੀ ਦਲ ਬੀਜੇਪੀ ਦੀ ਸਰਕਾਰ ਵੀ ਰਹੀ, ਉਦੋਂ ਪਹਿਲਾਂ 5 ਸਾਲ। ਮੈਨੂੰ ਇਹ ਦੱਸਣ ਵੀ ਪੰਜਾਬ ਦੇ ਵਿੱਚ ਕਿਹੜਾ ਇੱਕ ਵੱਡਾ ਕੋਈ ਕਾਰਖਾਨਾ ਲੱਗਾ ਜਿੱਥੇ ਕੋਈ ਬੱਚਿਆਂ ਨੂੰ ਨੌਕਰੀ ਮਿਲ ਸਕੇ, ਕਿਹੜਾ ਕੋਈ ਵੱਡਾ ਪ੍ਰੋਜੈਕਟ ਪੰਜਾਬ ਦੇ ਵਿੱਚ ਲੱਗਿਆ ਜਿੱਥੇ ਕੋਈ ਇਹ ਹੋ ਸਕੇ। ਸੋ ਕਿਉਂਕਿ ਇਹ ਜਦੋਂ ਆਪਾਂ ਅਸਲ ਤੇ ਜਦੋਂ ਗੱਲਾਂ ਕਰਦੇ ਹਾਂ ਨਾ ਜੀ, ਅਸੀਂ ਅੰਕੜੇ ਇਕੱਠੇ ਕਰ ਲੈਂਦੇ ਹਾਂ ਕਿ ਸਾਡੀ ਸਰਕਾਰ ਵੇਲੇ ਆ ਹੋਇਆ, ਫਲਾਨੀ ਸਰਕਾਰ ਵੇਲੇ ਆ ਹੋਇਆ, ਪਰ ਮੈਂ ਕਹਿੰਦਾ ਕਿ ਸਾਰੀਆਂ ਸਰਕਾਰਾਂ ਜ਼ਿੰਮੇਵਾਰੀ ਤੋਂ ਭੱਜੀਆਂ ਨੇ, ਸਾਰੀਆਂ ਜ਼ਿੰਮੇਵਾਰ ਨੇ ਇਸ ਕੰਮ ਲਈ। ਤੇ ਦੂਜੀ ਗੱਲ, ਜਿਹੜਾ ਅਸੀਂ ਸਾਡੇ ਬੱਚਿਆਂ ਦਾ ਜਿਹੜਾ ਸੋਚਣ ਦਾ ਪੱਧਰ ਇੰਨਾ ਉੱਚਾ ਕਰਤਾ ਸਿਰਫ ਜਿਹੜੀ ਐਸ਼ ਸੰਤ ਵਾਲੇ ਜੀਵਨ ਵਾਸਤੇ, ਹੋਰ ਨਹੀਂ ਕੁਛ, ਹੋਰ ਕਿਸੇ ਪਾਸੇ ਨਹੀਂ ਜੁੜਦੇ, ਇੱਧਰ ਨੂੰ ਸਾਰੇ ਤੁਰਦੇ ਆ। ਬਟ ਤੁਹਾਡੇ ਕੋਲ ਗੰਨਾਂ ਹੋਣ, ਬੰਦੂਕਾਂ ਹੋਣ, ਵੱਡੀਆਂ ਗੱਡੀਆਂ ਹੋਣ, ਤੁਹਾਡੇ ਉਦਾਂ ਦੇ ਸਾਡੇ ਗੀਤ ਨੇ, ਉਦਾਂ ਦੀਆਂ ਸਾਡੀਆਂ ਵੀਡੀਓ ਹੈ, ਨਾ ਕਿਸੇ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਨਾ ਸਾਡੇ ਗੀਤਕਾਰਾਂ ਨੂੰ ਮੱਤ ਦੇਣ ਦੀ ਕੋਸ਼ਿਸ਼ ਕੀਤੀ ਵੀ ਤੁਸੀਂ ਲੋਕਾਂ ਦੇ ਖੇਤਾਂ ਦੇ ਗੀਤ ਵੀ ਕਦੇ ਗਾ ਲਓ। ਸੋ ਮੈਂ ਸਮਝਦਾ ਕਿ ਇਹ ਸਾਰੀਆਂ ਇੰਟਰਮਿੰਗਲ ਹੁੰਦੀਆਂ, ਕੋਈ ਸਮੱਸਿਆ ਨੂੰ ਅਲੱਗ ਤੋੜ ਕੇ ਨਹੀਂ ਵੇਖਿਆ ਜਾ ਸਕਦਾ। ਬਿਲਕੁਲ ਠੀਕ ਹੈ ਗੱਲ। ਜਦੋਂ ਨਕਲੀ ਦੁਨੀਆ ਦੇ ਸੁਪਨੇ ਦਿਖਾਏ ਜਾਂਦੇ ਆ ਤਾਂ ਉਹਦੇ ਵਿੱਚ ਜ਼ਿੰਮੇਵਾਰ ਹਰ ਕੋਈ ਹੁੰਦਾ, ਜਦੋਂ ਆਪਣੀ ਜ਼ਿੰਮੇਵਾਰੀ ਤੋਂ ਲੋਕ ਭੱਜਦੇ ਆ। ਪਰ ਖੜਿਆਲ ਸਾਹਿਬ, ਗੱਲ ਇਹ ਜ਼ਿਆਦਾ ਹੋ ਰਹੀ ਹੈ, ਜਿੱਥੇ ਤੁਸੀਂ ਥੋੜ੍ਹਾ ਜਿਹਾ ਸਿਆਸੀ ਐਂਗਲ ਤੋਂ ਇਸ ਚਰਚਾ ਨੂੰ ਮੋੜ ਦਿੱਤਾ, ਕਿ ਸਮੇਂ-ਸਮੇਂ ਦੇ ਕਿਸੇ ਵੀ ਹੁਕਮਰਾਨ ਨੇ ਜਦੋਂ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਦੇ ਨਾਲ ਅਦਾ ਨਹੀਂ ਕੀਤਾ, ਜਦੋਂ ਲੋਕਾਂ ਦੇ ਚਾਵਾਂ ਦੇ ਨਾਲ ਠੱਗੀ ਕੀਤੀ, ਫਿਰ ਲੋਕਾਂ ਨੇ ਜਾਣਾ ਮੁਨਾਸਿਬ ਸਮਝਿਆ। ਬਿਲਕੁਲ ਸਹੀ ਗੱਲ ਹੈ, ਤੇ ਤਾਂ ਹੀ ਕਰਕੇ ਭਾਰਤੀ ਜਨਤਾ ਪਾਰਟੀ ਆਲਰੇਡੀ ਕਰਨਾਟਕ ਹਾਰ ਗਈ, ਹਿਮਾਚਲ ਹਾਰ ਗਈ, ਦਿੱਲੀ ਐਮਸੀਡੀ ਹਾਰ ਗਈ, ਤੇ ਹੋਰ ਬਹੁਤ ਥਾਵਾਂ ਆਲਰੇਡੀ ਹਾਰ ਰਹੀ ਹੈ, ਤੇ 2024 ਵੀ ਹਾਰੂਗੀ ਇਸ ਚੀਜ਼ ਕਰਕੇ। ਦੂਜੀ ਗੱਲ ਇਹ ਹੈ ਕਿ ਬੀਜੇਪੀ ਦਾ ਇਹ ਡਿਬੇਟ ਦੇ ਵਿੱਚ ਕਹਿਣਾ ਧਾਲੀਵਾਲ ਸਾਹਿਬ ਕਿ ਕਾਂਗਰਸ ਵਾਲੇ ਵੀ ਕੁਝ ਲੋਕ ਜਾਂਦੇ ਹੁੰਦੇ ਸੀਗੇ। ਦੋ ਚੀਜ਼ਾਂ ਸਮਝੀਏ ਕਿ ਪਹਿਲਾਂ ਤਾਂ ਤੁਸੀਂ ਇਹਨੂੰ ਜਸਟੀਫਿਕੇਸ਼ਨ ਲਈ ਵਰਤ ਨਹੀਂ ਸਕਦੇ। ਜੇ ਉਦੋਂ 10 ਲੋਕ ਚਲੇ ਗਏ, ਅੱਜ 100 ਲੋਕ ਚਲੇ ਗਏ ਜੀ, ਉਦੋਂ ਵੀ ਜਾਂਦੇ ਹੁੰਦੇ ਸੀਗੇ। ਪਹਿਲਾਂ ਤਾਂ ਰਿਕਾਰਡ ਹਾਈ ਹੈ, 2,25,000 ਕਦੇ ਨਹੀਂ ਗਏ ਸੀ, ਤੁਹਾਡੇ ਆਪਦੇ ਆંકੜੇ ਹੈ। ਦੂਜੀ ਗੱਲ, ਇਹਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਨਾ ਕਰੋ, ਸਮਾਧਾਨ ਭਾਲਣ ਦੀ ਕੋਸ਼ਿਸ਼ ਕਰੋ। ਉਹ ਤਾਂ ਹੋਊਗਾ ਜੇ ਪਾਰਲੀਮੈਂਟ ਦੇ ਵਿੱਚ ਤੁਸੀਂ ਕਿਸੇ ਇੰਪੋਰਟੈਂਟ ਮਸਲੇ ਤੇ ਡਿਬੇਟ ਰੱਖੋਗੇ। ਬਿੱਲ ਤੁਸੀਂ ਬਗੈਰ ਡਿਬੇਟ ਕੀਤੇ ਪਾਸ ਕਰ ਦਿੰਦੇ ਹੋ, ਮਾਈਕ ਤੁਸੀਂ ਆਪੋਜੀਸ਼ਨ ਦੇ ਬੰਦ ਕਰ ਦਿੰਦੇ ਹੋ, ਸੋ ਸਵਾਲ ਪਹੁੰਚਦੇ ਨਹੀਂ। ਤੀਜੀ ਗੱਲ, ਹੁਣ ਧਾਲੀਵਾਲ ਸਾਹਿਬ ਬਹੁਤ ਜ਼ਰੂਰੀ ਮੇਰਾ ਕੰਸਰਨ ਹੈ ਤੇ ਉਹਨਾਂ ਦਾ ਰਾਮੂਵਾਲੀਆ ਸਾਹਿਬ ਉਹਦੇ ਜਵਾਬ ਦੇਣਗੇ। ਹੁਣ ਆਪਾਂ ਇੱਕ ਚੀਜ਼ ਸਮਝ ਲਈਏ ਕਿ ਸਰਕਾਰ ਬੈਠੀ ਉੱਤੇ, ਲੋਕਾਂ ਨੂੰ ਸਮਝਣ ਲਈ ਸਰਕਾਰ ਨੂੰ ਲੋਕਾਂ ਨਾਲ ਗੱਲ ਕਰਨੀ ਪਊਗੀ, ਲੋਕਾਂ ਦੀ ਆਵਾਜ਼ ਸੁਣਨੀ ਪਊਗੀ, ਪ੍ਰੈਸ ਕਾਨਫਰੰਸ ਕਰਨਗੇ ਤਾਂ ਸਵਾਲ ਆਉਣਗੇ। 9 ਸਾਲਾਂ ਦੇ ਵਿੱਚ ਮੋਦੀ ਸਾਹਿਬ ਨੇ ਇੱਕ ਦਫਾ ਪ੍ਰੈਸ ਕਾਨਫਰੰਸ ਕੀਤੀ ਹਿੰਦੁਸਤਾਨ ਦੇ ਵਿੱਚ, ਅਬਰੋਡ ਜਾ ਕੇ ਇੱਕ ਪ੍ਰੈਸ ਕਾਨਫਰੰਸ ਕਰਿਆ। ਸੋ ਮੁਬਾਰਕਬਾਦ ਭਾਰਤੀ ਜਨਤਾ ਪਾਰਟੀ ਨੂੰ, ਰਿਕਾਰਡ ਤਾਂ ਤੋੜਿਆ ਆਪਦਾ, ਪ੍ਰੈਸ ਕਾਨਫਰੰਸ ਤਾਂ ਕੀਤੀ। ਤੇ ਜਦੋਂ ਕੀਤੀ ਧਾਲੀਵਾਲ ਸਾਹਿਬ, ਤੁਹਾਨੂੰ ਯਾਦ ਹੈ ਓਬਾਮਾ ਸਾਹਿਬ ਨੇ ਕੀ ਕਿਹਾ? ਓਬਾਮਾ ਸਾਹਿਬ ਕਹਿੰਦੇ ਜਿਹੜੀ ਮਾਈਨੋਰਿਟੀਜ਼ ਹੈ ਉਹਦੀ ਗੱਲ ਹੋਣੀ ਜ਼ਰੂਰੀ ਹੈ, ਤੇ ਜੇ ਉਹਨਾਂ ਦੇ ਹੱਕ ਨਹੀਂ ਮਿਲਣਗੇ, ਉਹਨਾਂ ਨੂੰ ਰਾਈਟਸ ਨਹੀਂ ਮਿਲਣਗੀਆਂ, ਤੇ ਉਹਦਾ ਕਨਸੀਕੁਐਂਸ ਹਿੰਦੁਸਤਾਨ ਨੂੰ ਭੁਗਤਣਾ ਪੈ ਸਕਦਾ ਹੈ। ਓਬਾਮਾ ਕੌਣ ਹੈ? 2 ਟਾਈਮ ਫਾਰਮਰ ਪ੍ਰੈਜ਼ੀਡੈਂਟ ਆਫ ਯੂਨਾਈਟਿਡ ਸਟੇਟਸ। ਜਿਹੜੇ ਮੌਜੂਦਾ ਪ੍ਰੈਜ਼ੀਡੈਂਟ ਹੈ ਉਹ ਪ੍ਰੈਜ਼ੀਡੈਂਟ ਉਹਨਾਂ ਦੇ ਵਾਈਸ ਸੀਗੇ, ਵਾਈਸ ਪ੍ਰੈਜ਼ੀਡੈਂਟ ਸੀ ਓਬਾਮਾ ਸਾਹਿਬ ਦੇ। ਤੇ ਇੰਨਾ ਇੰਪੋਰਟੈਂਟ ਵਿਅਕਤੀ ਜੋ ਮੋਦੀ ਸਾਹਿਬ ਦਾ ਇੱਕ ਬੜਾ ਅੱਛਾ ਦੋਸਤ ਵੀ ਸੀ, ਜਿਵੇਂ ਬੀਜੇਪੀ ਕਹਿੰਦੀ ਸੀ, ਤੇ ਫਿਰ ਉਹ ਓਬਾਮਾ ਸਾਹਿਬ ਵੀ ਤੁਹਾਡੇ ਬਾਰੇ ਆਹ ਚੀਜ਼ਾਂ ਬੋਲ ਰਹੇ ਹੈ। ਤੁਹਾਨੂੰ ਸਵਾਲ HR ਗਰੁੱਪਸ, ਹਿਊਮਨ ਰਾਈਟ ਗਰੁੱਪਸ ਕਰ ਰਹੇ ਹੈ, ਤੁਹਾਨੂੰ ਸਵਾਲ ਜਰਨਲਿਸਟ ਕਰ ਰਹੇ ਹੈ। ਜੀ ਪ੍ਰੋਬਲਮ ਕੀ ਹੈ ਧਾਲੀਵਾਲ ਸਾਹਿਬ ਜੀ ਕਿ ਬੀਜੇਪੀ ਨਾ ਇੱਕ ਤਾਂ ਇੱਥੇ ਸਵਾਲਾਂ ਦੇ ਜਵਾਬ ਦੇ ਕੇ ਰਾਜ਼ੀ ਨਹੀਂ, ਸਵਾਲ ਹੀ ਸੁਣ ਕੇ ਰਾਜ਼ੀ ਨਹੀਂ, ਤੇ ਦੂਜੀ ਗੱਲ ਇਹ ਕਿ ਕੁਆਲਿਟੀ ਨਹੀਂ ਹੈਗੀ। ਤੁਸੀਂ ਦੇਖੋ, ਆਪਾਂ ਗੱਲ ਕਰ ਰਹੇ ਨੇ ਮਾਈਨੋਰਿਟੀਜ਼ ਦੀ, ਬਹੁਤ ਲੋਕ ਤਾਂ ਵੀ ਛੱਡ ਕੇ ਜਾਂਦੇ ਦੇਸ਼ ਕਿਉਂਕਿ ਉਹਨਾਂ ਨੂੰ ਲੱਗਦਾ ਸਾਨੂੰ ਇੱਥੇ ਹੱਕ, ਸਾਡੀਆਂ ਰਾਈਟਸ ਨਹੀਂ ਮਿਲ ਰਹੀਆਂ।
ਤੇ ਗੱਲ ਵੀ ਠੀਕ ਹੈ। ਮੁਸਲਿਮ ਰਿਪਰੈਜ਼ੈਂਟੇਸ਼ਨ ਭਾਰਤੀ ਜਨਤਾ ਪਾਰਟੀ ਦੇ ਕੈਬਨਿਟ ਦੇ ਵਿੱਚ ਕਿੰਨੀ ਹੈ, ਇਹ ਮੈਨੂੰ ਰਾਮੂ ਵਾਲੀਆ ਜੀ ਦੱਸਣ। ਨੈਗਲੀਜੀਬਲ ਰਿਪਰੈਜ਼ੈਂਟੇਸ਼ਨ ਹੈ। ਕਿੰਨੇ ਮੁਸਲਿਮ, ਲਾਸਟ ਪੁਆਇੰਟ ਹੈ ਜੀ, 10 ਸੈਕਿੰਡ। ਮੁਸਲਿਮਸ ਇਹਨਾਂ ਦੇ ਕੈਬਨਿਟ ਦੇ ਵਿੱਚ ਨੈਗਲੀਜੀਬਲ ਹੈ। You should not talk about minority. You guys the one who killed minority. ਨਾ ਬੋਲੋ ਜੀ, ਮੈਨੂੰ ਥੋੜੇ ਟਾਈਮ ਚ ਬੋਲਣਾ ਪਊਗਾ ਲਗਾਤਾਰ, ਵਰਨਾ ਪਲੀਜ਼ ਸੁਣ ਲਓ। ਸੋ ਮੁਸਲਿਮ ਰਿਪਰੈਜ਼ੈਂਟੇਸ਼ਨ ਦੇ ਕੈਬਨਿਟ ਦੇ ਵਿੱਚ ਤੁਸੀਂ ਇੱਕ ਮਿੰਟ ਦੇ ਵਿੱਚ ਬੋਲ ਰਹੇ ਹੋ, ਸੁਣ ਲਓ ਨਾ। ਬਸ ਉਹਦਾ ਲਾਸਟ ਪੁਆਇੰਟ ਹੈ ਨੈਗਲੀਜੀਬਲ ਰਿਪਰੈਜ਼ੈਂਟੇਸ਼ਨ ਹੈ, ਮੇਰਾ ਅਖੀਰਲਾ ਪੁਆਇੰਟ ਹੈ। ਨੈਗਲੀਜੀਬਲ ਰਿਪਰੈਜ਼ੈਂਟੇਸ਼ਨ ਹੈ ਤੁਹਾਡੇ ਕੈਬਨਿਟ ਦੇ ਵਿੱਚ ਮੁਸਲਿਮਸ ਲਈ। ਟਿਕਟਾਂ ਬਹੁਤ ਥੋੜੀਆਂ ਦਿੰਦੇ ਹੋ ਮੁਸਲਿਮਸ ਨੂੰ। ਤੇ ਤੀਜੀ ਗੱਲ ਮੈਂ ਇਹਨਾਂ ਨੂੰ ਪੁੱਛਦਾ ਹੈ ਕਿ ਆਮ ਭਾਰਤੀ ਜਨਤਾ ਪਾਰਟੀ ਨੂੰ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਵੀ ਐਕਸਰਸਾਈਜ਼ ਕਰਨਾ ਚਾਹੀਦਾ। ਆਰਟੀਕਲ 19 ਸਾਡਾ ਫੰਡਾਮੈਂਟਲ ਰਾਈਟ ਹੈ। ਧਾਲੀਵਾਲ ਸਾਹਿਬ, ਲੋਕਾਂ ਨੂੰ ਤਾਂ ਵੀ ਛੱਡ ਕੇ ਜਾਣਾ ਪੈਂਦਾ ਹੈ ਕਿਉਂਕਿ ਅਨਨੈਸੈਸਰਲੀ ਕੇਸ ਹੁੰਦੇ ਐਨਐਸਏ ਦੇ, ਯੂਆਫਾ ਦੇ, ਸੈਡੀਸ਼ਨ ਦੇ, ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਕੇਸਾਂ ਲੋਕ ਬਾਹਰ ਜਾਂਦੇ ਆ, ਬੁਲਡੋਜ਼ਰ ਪੋਲਿਟਿਕਸ ਕਰਦੇ ਆ, ਲੋਕਾਂ ਦੇ ਘਰ ਢਾਹ ਦਿੱਤੇ ਜਾਂਦੇ ਆ। ਜਿੱਥੇ ਬੀਜੇਪੀ ਦੀ ਸਰਕਾਰ ਹੈ, ਜਿਹੜੇ ਸੂਬਿਆਂ ਦੇ ਵਿੱਚ ਬਗੈਰ ਕਨਵਿਕਸ਼ਨ ਦੇ ਸਜ਼ਾ ਸੁਣਾਈ ਨਹੀਂ ਗਈ ਹੁੰਦੀ, ਇਹ ਸਜ਼ਾ ਆਪਦੇ ਵੱਲੋਂ ਹੀ ਦੇ ਦਿੰਦੇ ਆ, ਲਾਅ ਨੂੰ ਆਪਦੇ ਹੱਥ ਦੇ ਵਿੱਚ ਲੈ ਲੈਂਦੇ, ਵਿਜੀਲੈਂਟਿਜ਼ਮ ਕਰਦੇ ਆ। ਸੋ ਜਿਹੜਾ ਬ੍ਰੇਨ ਵਾਸ਼ ਹੋ ਰਿਹਾ ਲੋਕਾਂ ਦਾ, ਇੱਕ ਤਾਂ ਉਹ ਹੁਣ ਹਟਾਓ, ਜਿਹੜੀਆਂ ਅਪੋਰਚੁਨਿਟੀਜ਼ ਅਬਰੋਡ ਮਿਲ ਰਹੀਆਂ ਉਹ ਤੁਹਾਡੀ ਜ਼ਿੰਮੇਵਾਰੀ ਹੈ ਲੋਕਾਂ ਨੂੰ ਮੇਕ ਅਵੇਲੇਬਲ ਕਰਨ ਦੀ। ਠੀਕ ਹੈ। ਇਸ ਚਰਚਾ ਦਾ ਆਖਰੀ ਜਿਹੜਾ ਮੈਂ ਸਵਾਲ ਲੈ ਰਿਹਾ ਅਮਨਜੋਤ ਜੀ ਤੋਂ, ਜਿਹੜੇ तमाम ਸਵਾਲ ਹੈ ਉਹਨਾਂ ਦੇ ਤੁਸੀਂ ਜਵਾਬ ਦੇ ਦਿਓ, ਜਿਹੜੀ ਤੁਸੀਂ ਗੱਲ ਕਹਿਣੀ ਚਾਹੁੰਦੇ ਹੋ, ਤੇ ਇਸ ਵਿਸ਼ੇ ਦੇ ਉੱਤੇ ਆਖਰੀ ਕਮੈਂਟ ਹੈ ਇਸ ਚਰਚਾ ਦਾ। ਪਹਿਲੀ ਗੱਲ ਤਾਂ ਮੈਂ ਦੱਸਦਾ ਕਾਂਗਰਸ ਦੇ ਪ੍ਰਵਕਤਾ ਨੂੰ ਕਿ ਤੁਰਕੀ ਦੇ ਵਿੱਚ ਇਸਲਾਮਿਕ ਲੋਕ ਮੋਦੀ ਜੀ ਨੂੰ ਲਾਈਨ ਬਣਾ ਕੇ ਖੜੇ ਸੀ, ਦੇ ਵਰ ਲੁਕਿੰਗ ਵੈਰੀ ਹੈਪੀ ਕਿ ਉਹਨਾਂ ਨੂੰ ਦੇਖ ਕੇ। ਦੂਜੀ ਗੱਲ ਆ, ਜਿਹੜੇ ਗੁੰਡੇ ਸਨ ਉਹਨਾਂ ਦੇ ਘਰ ਤੋੜੇ ਪੈ ਗਏ ਆ, ਉਹਨਾਂ ਦੇ ਘਰ ਤੋੜੇ ਗਏ। ਔਰ ਤੀਜੀ ਗੱਲ ਮੈਂ ਦੱਸਦਾ ਕਿ ਐਮਰਜੈਂਸੀ ਦੇ ਵਿੱਚ 1984 ਦੇ ਵਿੱਚ ਮੋਦੀ ਸਾਹਿਬ ਦੇ ਕੈਬਨਿਟ ਕਿੰਨੇ ਮੁਸਲਿਮ ਮਿਨਿਸਟਰਸ ਹੈ? 1984 ਦੇ ਵਿੱਚ ਤੇ ਐਮਰਜੈਂਸੀ 1984 ਵਿੱਚ ਨਸਲਕੁਸ਼ੀ ਕੀਤੀ ਸਿੱਖਾਂ ਦੀ। ਐਂਡ ਸ਼ੇਮ ਦੇ ਦੋ, ਫਿਰ ਮੈਂ ਇੱਕ ਵਾਰ ਇੰਟਰਪਟ ਕਰੂੰਗਾ। ਯੂ ਸਟਿਲ ਇਨ ਦ ਕਾਂਗਰਸ। ਸੇਮ ਔਨ ਭਾਰਤੀ ਜਨਤਾ ਪਾਰਟੀ, ਸੇਮ ਔਨ ਬੀਜੇਪੀ, ਜੋ ਮੁਸਲਿਮ ਰਿਪਰੈਜ਼ੈਂਟੇਸ਼ਨ ਮੈਂ ਖੁਦ ਵੀ ਕੈਨੇਡਾ ਦੀ ਗੱਲ ਪੂਰੀ ਕਰ ਲਓ ਆਪਣੀ। ਖੜਿਆਲ ਸਾਹਿਬ ਉਹਨਾਂ ਨੂੰ ਕੋਈ ਨਾ, ਖੜਿਆਲ ਸਾਹਿਬ ਨੂੰ ਆਦਤ ਆ ਮੈਂ ਪੁੱਛ ਲਓ ਵੀ ਕਿੰਨੇ ਮਿਨਿਸਟਰਸ ਹੈ ਮੁਸਲਿਮ ਇਹਨਾਂ ਦੇ ਕੈਬਨਿਟ ਦੇ ਵਿੱਚ? ਜਵਾਬ ਦੇ ਰਿਹਾ। ਤੁਸੀਂ ਆਪ ਦੀ ਫਿਕਰ ਕਰੋ, ਰਾਹੁਲ ਗਾਂਧੀ ਪੀਐਮ ਨਹੀਂ ਬਣ ਲਗਾ, ਜੋ ਮਰਜ਼ੀ ਕਰ ਲਓ, ਪੁੱਟੇ ਲੰਬੇ ਬਥੇਰੇ ਹੈ। ਨਾਮ ਲਿਓ ਜ਼ਰਾ, ਨਹੀਂ ਲੱਗਦਾ ਨਾਮ ਲਿਓ ਜ਼ਰਾ, ਨਹੀਂ ਬਣਦਾ। ਔਰ ਤੁਹਾਡਾ ਸਭ ਕੁਝ ਹੈ ਇੱਥੇ, ਨਾਮ ਲਿਓ ਕਿਹੜੇ ਮੁਸਲਿਮਸ ਹੈ? ਧਾਲੀਵਾਲ ਸਾਹਿਬ ਗਲਤ ਫੈਕਟ ਕੋਟ ਕਰ ਰਹੇ ਹੈ, ਕਹਿ ਰਹੇ ਬਥੇਰੇ ਮਿਨਿਸਟਰਸ ਹੈ ਮੁਸਲਿਮ ਸਾਡੇ ਕੈਬਨਿਟ ਦੇ ਵਿੱਚ। ਪੁੱਛੋ ਕੀ ਨਾਮ ਹੈ? ਜੀ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਕਿ ਮੈਂ ਖੁਦ ਵੀ ਕੈਨੇਡਾ ਦੀ ਸਿਟੀਜ਼ਨਸ਼ਿਪ ਛੱਡੀ ਆ। ਜਿੰਨਾ ਚਿਰ ਮੈਂ ਕੋਈ ਵੀਕ ਸਟੂਡੈਂਟਾਂ ਨੂੰ ਵਿਦੇਸ਼ ਜਾਣੋਂ ਵੀ ਰੋਕਿਆ, ਕਿਉਂਕਿ ਮੈਂ ਸੋਸ਼ਲ ਵਰਕ ਵੀ ਕਰਦੀ ਆ। ਜਿੰਨਾ ਚਿਰ ਸਾਨੂੰ ਆਪਣੀ ਧਰਤੀ ਨਾਲ ਔਰ ਆਪਦੇ ਦੇਸ਼ ਨਾਲ ਜਿਹੜਾ ਮੋਹ ਘਟਦਾ ਜਾਂਦਾ ਉਹ ਪੂਰਾ ਨਹੀਂ ਹੁੰਦਾ, ਉਹਨਾਂ ਚਿਰ ਅਸੀਂ ਵਿਦੇਸ਼ਾਂ ਨੂੰ ਭੱਜਾਂਗੇ। ਔਰ ਇਹ ਗੱਲ ਸਹੀ ਆ ਕਿ ਇਕਨੋਮਿਕਲੀ ਤਾਂ ਆਪਣੇ ਕੱਚੇ ਢਾਰੇ ਪੱਕੇ ਕੀਤੇ ਸੀਗੇ ਵੀ ਹੁਣ ਬੁਲਡੋਜ਼ਰ ਪੋਲਿਟਿਕਸ ਆ ਗਈ ਹੈ ਇੱਥੇ। ਨਹੀਂ, ਗੁੰਡਿਆਂ ਤੇ ਬਲਡੋਜ਼ਰ ਚੱਲਿਆ, ਜਿਹੜੇ ਇਹਨਾਂ ਦੇ ਗੁੰਡੇ ਪਾਲੇ ਹੋਏ ਸੀਗੇ ਉਹਨਾਂ ਤੇ ਬਲਡੋਜ਼ਰ ਚੱਲਿਆ, ਤੇ ਕੀ ਮਾੜਾ ਹੋ ਗਿਆ? ਲੋਕਾਂ ਦੀਆਂ ਧੀਆਂ ਭੈਣਾਂ ਰਾਤ ਨੂੰ ਵੀ ਘੁੰਮ ਸਕਦੀਆਂ, ਇਹ ਗੱਲ ਹੋਈ ਆ। ਬਲਡੋਜ਼ਰ ਐਵੇਂ ਚੱਲ ਗਿਆ, ਪੰਜਾਬ 'ਚ ਨਹੀਂ ਚੱਲਿਆ ਬਲਡੋਜ਼ਰ। ਅਮਨਜੋਤ ਜੀ, ਮੈਂ ਇੱਕ ਵੀ ਸਵਾਲ ਚਲੋ ਪੁੱਛ ਲੈਣਾ ਚਾਹੁੰਦਾ ਵੀ ਇਹ ਵੀ ਗੱਲ ਉੱਠਦੇ ਆ, ਤੁਹਾਡੇ ਓਪੋਜੀਸ਼ਨ ਵਾਲੇ ਕਰਦੇ ਆ ਕਿ ਹੁਣ ਜਿਵੇਂ ਜਿਸ ਵਿਸ਼ੇ ਤੇ ਅਸੀਂ ਚਰਚਾ ਕਰ ਰਹੇ ਹਾਂ ਕਿ ਲੋਕ ਕਿਉਂ ਜਾਂਦੇ, ਇੱਥੇ ਤਾਂ ਕਹਿੰਦੇ ਕਾਨੂੰਨ ਇਹੋ ਜਿਹੇ ਲਿਆਂਦੇ ਗਏ ਲੋਕਾਂ ਨੂੰ ਮਜਬੂਰੀ ਬਸ ਬਾਹਰ ਕਰਨ ਦੇ ਲਈ। ਨਹੀਂ, ਇਹ ਗੱਲਾਂ ਸਭ ਕਹਿਣ ਦੀਆਂ ਗੱਲਾਂ, ਬਲਕਿ ਤੁਸੀਂ ਦੇਖਿਓ ਆਉਣ ਵਾਲੇ ਸਮੇਂ 'ਚ ਹਿੰਦੁਸਤਾਨ ਫਸਟ ਵਰਲਡ ਕੰਟਰੀ ਵੱਲ ਨੂੰ ਜਾ ਰਿਹਾ, ਫਸਟ ਵਰਲਡ ਕੰਟਰੀਆਂ ਦੇ ਬਰਾਬਰ ਨੂੰ ਜਾ ਰਿਹਾ। ਅਸੀਂ ਕੋਈ ਬੱਚੇ ਸਭ ਵਾਪਸ ਵੀ ਆਉਣਾ ਸ਼ੁਰੂ ਹੋਣਗੇ। ਔਰ ਮੈਂ ਕਮ ਸੇ ਕਮ 30 ਲੋਕਾਂ ਨੂੰ ਜਾਣਦੀ ਹਾਂ ਜਿਹੜੇ ਵਾਪਸ ਆਏ। ਕੱਲ ਹੀ ਮੈਂ ਇੱਕ ਕੁੜੀ ਨੂੰ ਮਿਲੀ ਆ, ਮੈਂ ਬਰਨਾਲੇ ਤੋਂ ਵਾਪਸ ਆਈ ਆ, ਉਹ ਉੱਥੇ ਲਾਅ ਪੜ੍ਹਦੀ ਸੀ, ਵਾਪਸ ਆਈ ਆ ਬਰਨਾਲੇ ਤੋਂ। ਉਹਦੇ ਫਾਦਰ ਦੀ ਇੱਥੇ ਚੰਗਾ ਬਿਜ਼ਨਸ ਕਰਨ ਲੱਗੀ, ਨਹੀਂ ਟੇਬਲ ਸਾਫ਼ ਕਰਨਾ ਚਾਹੁੰਦੇ ਲੋਕ ਉੱਥੇ ਜਾ ਕੇ। ਇਹ ਇੱਕ ਭੇਡ ਚਾਲ ਰਾਹੀਂ ਲੋਕ ਭੱਜੇ ਆ। ਦੂਜਾ ਇਹ ਵੀ ਗੱਲ ਮੈਂ ਮੰਨਦੀ ਆ ਕਿ ਜਦੋਂ ਜੌਬਾਂ ਨਹੀਂ ਹੈਗੀਆਂ ਸੀ, ਇਕਨੋਮਿਕਲੀ ਲੋਕ ਆਪਣੇ ਆਪ ਨੂੰ ਸਮੱਸਿਆ, ਜਿਵੇਂ ਰੁਪਾਲ ਜੀ ਨੇ ਕਿਹਾ ਕਿ ਇੱਥੇ ਲੋਕਾਂ ਦੇ ਜਿਵੇਂ ਖੇਤੀਬਾੜੀ ਦਾ ਜਿਹੜਾ ਕੰਮ ਕਰਦੇ ਆ, ਉਹਨਾਂ ਕੋਲੇ ਕਿੰਨਾ ਕੁ ਸਾਧਨ ਹੁੰਦਾ। ਸਭ ਤੋਂ ਵੱਧ ਜਾਤੀ ਬਾਹਰ ਗਏ ਸੀ ਪਹਿਲਾਂ, ਫਿਰ ਦੂਜੀਆਂ ਕੌਮਾਂ ਵੀ ਜਾਣੀਆਂ ਸ਼ੁਰੂ ਹੋਈਆਂ। ਇਕਨੋਮਿਕ